ਪੰਕਜ ਬੰਦਨ ਪਗ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਸ੍ਰੀ ਹਰਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪੁੰਨ ਪੁੰਨ ਸੀਸਾ ਬੰਦ ਹੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਸੁੱਖਾਂ ਦੇ ਦਾਤੇ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸਮਰੱਥ ਗੁਰੂ ਪ੍ਰਤੱਖ ਸਤਿਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਧੰਨ ਧੰਨ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਸੱਜ ਕੇ ਆਪ ਜੀ ਬੜੇ ਹੀ ਪ੍ਰੇਮ ਦੇ ਨਾਲ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸੁਭਾਈਮਾਨ ਨੇ। ਗੁਰੂ ਕੇ ਸਿੱਖਾਂ ਨੇ ਮਹਾਰਾਜ ਜੀ ਦੇ ਆਉਣ ਦੀ ਖੁਸ਼ੀ ਵਿੱਚ ਕੀਰਤਨ ਕੀਤਾ। ਉਸੇ ਪ੍ਰਕਾਰ ਦਾ ਹੀ ਕੀਰਤਨ ਆਪ ਜੀ ਨੇ ਸਰਵਣ ਕੀਤਾ। ਲਗਭਗ 4 ਦਿਨਾਂ ਤੋਂ ਬਾਅਦ ਅੱਜ ਭਾਈ ਸਾਹਿਬ ਨੇ ਸਾਡੀ ਬੇਨਤੀ ਸੁਣੀ ਆ ਤੇ ਅੱਜ ਉਹ ਸ਼ਬਦ ਸੁਣਾਇਆ ਜੀ। ਮੈਂ ਤੇ ਬੜੇ ਚਿਰ ਦਾ ਆਖਿਆ ਜੀ 4 ਦਿਨ ਹੋ ਗਏ ਜੀ, ਰੋਜ਼ ਕਹਿੰਦੇ ਰੋਜ਼ ਨਹੀਂ ਸੀ ਸੁਣਾਉਂਦੇ ਜੀ। ਅੱਜ ਉਹ ਸ਼ਬਦ ਪੜ੍ਹਿਆ ਧੰਨ ਧੰਨ ਹਮਾਰੇ ਭਾਗ ਘਰ ਆਇਆ ਫਿਰ ਮੇਰਾ ਸੋਹੇ ਬੰਕ ਦੁਆਰ ਸਗਲਾ ਬਨ ਹਰਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ।
ਆਓ ਤੁਸੀਂ ਵੀ ਇਹ ਪੰਕਤੀ ਪੜੋ, ਫਿਰ ਆਪਾਂ ਅੱਗੇ ਚੱਲੀਏ। ਬੜੇ ਪਿਆਰ ਦੇ ਨਾਲ ਗੁਰੂ ਕੇ ਸਿੱਖਾਂ ਨੇ ਜਦੋਂ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਆਏ, ਉਦੋਂ ਗੁਰੂ ਕੇ ਸਿੱਖਾਂ ਨੇ ਕੀਰਤਨ ਕੀਤਾ ਜੀ। ਹਾਂਜੀ, ਬੜੇ ਪਿਆਰ ਨਾਲ ਇਹ ਪੰਕਤੀ ਇੱਕ ਹੀ ਪੜ੍ਹ ਦਈਏ, ਫਿਰ ਆਪਾਂ ਅੱਗੇ ਚੱਲਾਂਗੇ। ਸਾਰੀ ਸੰਗਤ ਦੋਵੇਂ ਹੱਥ ਜੋੜੋ, ਆਖੋ ਸਾਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਧੰਨ ਸਾਹਿਬ ਧੰਨ ਹਮਾਰੇ ਭਾਗ, ਘਰ ਆਇਆ ਪੀਰ ਮੇਰਾ। ਧੰਨ ਧੰਨ ਹਮਾਰੇ ਭਾਗ, ਘਰ ਆਇਆ ਪੀਰ ਮੇਰਾ। ਧੰਨ ਧੰਨ ਹਮਾਰੇ ਭਾਗ, ਘਰ ਆਇਆ ਪੀਰ ਮੇਰਾ। ਧੰਨ ਧੰਨ ਹਮਾਰੇ ਭਾਗ, ਘਰ ਆਇਆ ਪੀਰ ਮੇਰਾ। ਸੋਹੇ ਬੰਕ ਦਵਾਰ ਸਗਲਾ ਬਨ ਹਰਾ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਸਾਡੀਆਂ ਮਾਵਾਂ ਬੈਠੀਆਂ ਨੇ, ਧੰਨ ਮਾਤਾ ਨਾਨਕੀ ਜੀ ਤੇ ਧੰਨ ਮਾਤਾ ਮਰਵਾਹੀ ਜੀ। ਮਾਤਾਵਾਂ ਨੇ ਪੁੱਛਿਆ ਮਹਾਰਾਜ ਸੱਚੇ ਪਾਤਸ਼ਾਹ, ਬਿਧੀ ਚੰਦ ਜੀ ਘੋੜੇ ਲੈ ਕੇ ਆਏ, ਬੜੀ ਸਕੀਮ ਦੇ ਨਾਲ ਉਹਨਾਂ ਨੇ ਇਹ ਚੋਰੀ ਕੀਤੀ। ਹਾਂਜੀ, ਹੈ ਤੇ ਚਲੋ ਪਹਿਲਾਂ ਚੋਰੀ ਦਾ ਰੂਪ ਸੀ, ਪਰ ਬਾਅਦ ਚੋਂ ਬਾਬਾ ਜੀ ਨੇ ਦੱਸ ਦਿੱਤਾ ਜੀ। ਮਹਾਰਾਜ ਅਸੀਂ ਹੋਰ ਸੁਣਨਾ ਚਾਹੁੰਦੇ ਹਾਂ। ਬਾਬਾ ਜੀ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਕੇ ਆਪਣੇ ਫਿਰ ਚੋਰੀ ਦੇ ਪ੍ਰਸੰਗ ਸੁਣਾਉਂਦੇ ਜੀ, ਜਦੋਂ ਪਹਿਲਾਂ ਉਹਨਾਂ ਕੀਤੀਆਂ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸੰਗਤ ਜੀ ਹੁਣ ਇਹ ਭਾਵਨਾ ਲੈ ਲਿਓ ਵੀ ਕਥਾ ਵਿੱਚ ਮੈਂ ਤੁਹਾਨੂੰ ਚੋਰੀ ਕਰਨ ਦੀ ਪ੍ਰੇਰਨਾ ਦੇ ਰਿਹਾ ਜੀ। ਹਾਂਜੀ, ਇਹ ਤੇ ਜੋ ਬਾਬਾ ਜੀ ਨੇ ਕੀਤਾ ਜੀ, ਪਹਿਲਾਂ ਦਾ ਜੀਵਨ ਉਹ ਆਪ ਜੀ ਨੇ ਸੁਣਿਆ। ਕੱਲ ਦਾ ਪ੍ਰਸੰਗ ਤੁਸੀਂ ਸੁਣਿਆ, ਬਾਬਾ ਜੀ ਨੇ ਮਾਵਾਂ ਨੂੰ ਦੱਸਿਆ, ਮਾਤਾ ਜੀ ਮੈਂ ਗੁਰੂ ਘਰ ਵਿੱਚ ਆਉਣ ਤੋਂ ਪਹਿਲਾਂ ਇੱਕ ਦਿਨ ਆਪਣੇ ਨਾਨਕੇ ਪਿੰਡ ਵਿੱਚ ਸਰਹਾਲੀ ਬੈਠਾ ਸਾਂ। ਇੱਕ ਇਸਤਰੀ ਆ ਕੇ ਬੜਾ ਹੀ ਰੋਈ ਮੇਰੇ ਅੱਗੇ। ਉਹਨੇ ਆਖਿਆ, ਵੀਰਾ ਭਰਾਵਾ ਤੇਰਾ ਬੜਾ ਹੀ ਜਸ ਸੁਣਿਆ, ਤੂੰ ਲੋਕਾਂ ਦੀ ਮਦਦ ਕਰਦਾ ਹੈ ਤੇ ਸਾਡੇ ਘਰ ਵਿੱਚ ਇੱਕ ਦਿਨ ਰੋਟੀ ਨਹੀਂ ਪੱਕਦੀ, ਦੂਜੇ ਦਿਨ ਜਾ ਕੇ ਪੱਕਦੀ ਹੈ। ਉਹਦੇ ਵਿੱਚੋਂ ਵੀ ਸਾਨੂੰ ਉਹ ਰੋਟੀ ਚੰਗੀ ਤਰ੍ਹਾਂ ਅੰਦਰ ਨਹੀਂ ਜਾਂਦੀ, ਕਿਉਂ ਜਵਾਨ ਧੀ ਘਰ ਵਿੱਚ ਬੈਠੀ ਹੈ, ਸ਼ਾਦੀ ਕਰਨੀ ਹੈ, ਸਾਨੂੰ 500 ਰੁਪਏ ਦੀ ਜ਼ਰੂਰਤ ਹੈ। ਬਾਬਾ ਜੀ ਉਹਨਾਂ ਨੂੰ ਕਹਿੰਦੇ ਵੀ 5 ਦਿਨਾਂ ਬਾਅਦ ਆ ਜਾਓ, ਕੱਲ ਤੁਸੀਂ ਕਥਾ ਸਾਰੀ ਸੁਣਨੀ ਹੈ। ਕਿਸ ਤਰੀਕੇ ਨਾਲ ਬਾਬਾ ਜੀ ਨੇ ਬੇਗਮ ਦੇ ਉੱਥੇ ਤੰਬੂ ਵਿੱਚ ਜਾ ਕੇ ਚੋਰੀ ਕੀਤੀ, ਜਿੰਨੀ ਪੈਸੇ ਚਾਹੀਦੇ ਸੀ ਓਨੇ ਹੀ ਲਏ ਜੀ। ਹਾਂਜੀ, ਬਾਬਾ ਜੀ ਮਾੜੇ ਮੋਟੇ ਘਰ ਚੋਰੀ ਨਹੀਂ ਸੀ ਕਰਦੇ ਹੁੰਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਜਿੱਥੇ ਬਹੁਤ ਮਾਇਆ ਹੁੰਦੀ ਸੀ ਨਾ ਜੀ, ਉੱਥੇ ਜਾਂਦੇ ਹੁੰਦੇ ਸੀਗੇ ਜੀ। ਕਿਉਂ? ਕਿਉਂਕਿ ਉੱਥੇ ਲੈ ਕੇ ਆਉਣ ਤੇ ਵੀ ਉਹਨਾਂ ਨੂੰ ਅਸਰ ਬਹੁਤਾ ਨਾ ਪਵੇ ਜੀ। ਹਾਂਜੀ, ਸੋ ਸਾਰਾ ਪ੍ਰਸੰਗ ਆਪ ਜੀ ਨੇ ਕੱਲ ਸੁਣਿਆ। ਉਹਦੇ ਤੋਂ ਅੱਗੇ ਕਥਾ ਪ੍ਰਸੰਗ ਚੱਲ ਰਿਹਾ। ਅੱਜ ਬਾਬਾ ਜੀ ਨੇ ਆਪਣਾ ਇੱਕ ਹੋਰ ਪ੍ਰਸੰਗ ਸੁਣਾਉਣਾ ਜੀ। ਇੱਕ ਹੋਰ ਪ੍ਰਸੰਗ ਉਹ ਬੜੇ ਪ੍ਰੇਮ ਦੇ ਨਾਲ ਸਾਧ ਸੰਗਤ ਜੀ ਆਪ ਜੀ ਸੁਣੋ, ਤੇ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਪ੍ਰੇਮ ਨਾਲ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਥੋੜਾ ਜਿਹਾ ਹੋਰ ਗੱਜ ਕੇ ਆਖੋ ਜੀ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਬੜੇ ਪ੍ਰੇਮ ਦੇ ਨਾਲ ਸੁਰਤੀਆਂ ਬਿਰਤੀਆਂ ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਲੈ ਕੇ ਚੱਲੀਏ। ਹਜੂਰ ਸੱਚੇ ਪਾਤਸ਼ਾਹ ਮਹਾਰਾਜ ਦਾਸਾਂ ਗਰੀਬਾਂ ਸਾਰਿਆਂ ਦਾ ਭਲਾ ਕਰ ਰਹੇ ਨੇ। ਬੜੇ ਪ੍ਰੇਮ ਦੇ ਨਾਲ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੇ ਰੱਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਹਿਜ ਸੁਭਾਇਕ ਸਤਿਗੁਰੂ ਗਏ ਮਹਿਲ ਕੇ ਮਾਹੇ। ਹਾਂਜੀ, ਵਿਧੀ ਚੰਦ ਕੋ ਸੰਗ ਲੈ ਬੈਠੇ ਤਹਾਂ ਸੁਹਾਏ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਇਸ ਪ੍ਰਕਾਰ ਰਾਤ ਦੇ ਸਮੇਂ ਸਹਿਜ ਸੁਭਾ ਘਰ ਵਿੱਚ ਬੈਠੇ ਜੀ। ਸਹਿਜ ਸੁਭਾ ਆਨੰਦ ਵਿੱਚ ਜੀ। ਮਹਾਰਾਜ ਹਾਸ ਰਸ ਦੇ ਵੀ ਬਚਨ ਕਰਨ ਦਏ ਜੀ।
ਉਧਰੋਂ ਬਾਬਾ ਬਿਧੀ ਚੰਦ ਜੀ ਦੇ ਪ੍ਰਸੰਗ ਸੁਣ ਹਾਸ ਰਸ ਪੈਦਾ ਹੋਈ ਜਾਂਦਾ ਜੀ। ਬਾਬਾ ਬਿਧੀ ਚੰਦ ਜੀ ਹਜੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਬੈਠੇ ਨੇ। ਹਾਂਜੀ। ਤਬ ਹੈ ਨਾਨਕੀ ਅਰ ਮਰਵਾਹੀ, ਬੈਠੀ ਆਏ ਬੰਦ ਕਰ ਪਾਹੀ। ਮਾਤਾ ਜੀ ਮਾਤਾ ਨਾਨਕੀ ਜੀ ਤੇ ਮਾਤਾ ਜੀ ਮਾਤਾ ਮਰਵਾਹੀ ਜੀ ਦੋਵੇਂ ਹੀ ਸਾਡੀਆਂ ਮਾਤਾਵਾਂ ਬੜੇ ਪ੍ਰੇਮ ਦੇ ਨਾਲ ਸੱਚੇ ਪਾਤਸ਼ਾਹ ਜੀ ਦੇ ਹਜੂਰ ਸੱਜ ਕੇ ਬੈਠੇ ਨੇ। ਹਾਂਜੀ। ਮੁਸਕਾਵਤ ਬੂਝਤ ਗੁਰ ਸੰਗਾ, ਬਿਧੀ ਚੰਦ ਤੁਮਰੋ ਸਿੱਖ ਚੰਗਾ। ਤੇ ਮਾਤਾ ਜੀ ਮੁਸਕਰਾਉਂਦੇ ਹੋਇਆ ਜੀ ਗੱਜ ਕੇ ਆਖੋ ਵਾਹਿਗੁਰੂ। ਕੈਸਾ ਸਮਾਂ ਹੋਏਗਾ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਧੰਨ ਮਾਤਾ ਨਾਨਕੀ ਜੀ ਔਰ ਸਤਿਕਾਰਯੋਗ ਗੁਰੂ ਘਰ ਵਿੱਚ ਮਹਾਨ ਪਦਵੀ ਜਿਨ੍ਹਾਂ ਨੂੰ ਪ੍ਰਾਪਤ ਹੋਈ ਧੰਨ ਮਾਤਾ ਮਰਵਾਹੀ ਜੀ, ਉਹ ਮੁਸਕਰਾ ਕੇ ਮਹਾਰਾਜ ਨਾਲ ਬਚਨ ਕਰਨ ਦੇ ਜੀ। ਕਹਿਣ ਲੱਗੇ ਸੱਚੇ ਪਾਤਸ਼ਾਹ ਆ ਜਿਹੜਾ ਤੁਹਾਡਾ ਸਿੱਖ ਹੈ ਨਾ ਬਿਧੀ ਚੰਦ ਬੜਾ ਹੀ ਚੰਗਾ ਮਹਾਰਾਜ। ਗੱਜ ਕੇ ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਸਿੱਖ ਤੇ ਬੜਾ ਚੰਗਾ ਹੈ। ਹਾਂਜੀ। ਭਾ ਅਵਤਾਰ ਆਪ ਕੋ ਭਾਰਾ, ਇਹ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਇਸ ਕਲਯੁਗ ਵਿੱਚ ਆਪ ਜੀ ਦਾ ਬੜਾ ਵੱਡਾ ਅਵਤਾਰ ਹੈ। ਮਹਾਰਾਜ ਕਲਯੁਗ ਵਿੱਚ ਤੁਸੀਂ ਅਵਤਾਰੀ ਪੁਰਸ਼ ਹੋ ਮਹਾਰਾਜ ਸੱਚੇ ਪਾਤਸ਼ਾਹ। ਆਸੇ ਪਾਸੇ ਸਭ ਲੋਕ ਆਪ ਜੀ ਨੂੰ ਜਾਣਦੇ ਨੇ। ਹਾਂਜੀ। ਕਲਮ ਹੈ ਕੁਟਿਲ ਕਰੇ ਨਿਸਤਾਰਾ। ਮਹਾਰਾਜ ਸੱਚੇ ਪਾਤਸ਼ਾਹ ਇਸ ਕਲਯੁਗ ਵਿੱਚ ਤੁਸੀਂ ਬੜੇ ਜੀਵਾਂ ਦਾ ਭਲਾ ਕੀਤਾ ਤੇ ਹੁਣ ਵੀ ਕਰ ਰਹੇ ਹੋ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ ਜੀ ਦੇ ਨਾਮ ਦਾ ਉਪਦੇਸ਼ ਦੇ ਕੇ ਬੜੇ ਬੜੇ ਟੁੱਟਿਆਂ ਬੰਦਿਆਂ ਦੀਆਂ ਸੁਰਤੀਆਂ ਰੱਬ ਨਾਲ ਜੋੜ ਰਹੇ ਹੋ। ਹਾਂਜੀ। ਬਨਿਓ ਸਿੱਖ ਰਾਵਰ ਕੋ ਆਏ, ਹਾਂਜੀ। ਤਾਉ ਸੁਭਾਵ ਨਾ ਪਲਟਿਓ ਜਾਏ। ਇਹ ਸੱਚੇ ਪਾਤਸ਼ਾਹ ਗਰੀਬ ਨਵਾਜ ਇਹ ਸਿੱਖ ਬਾਬਾ ਬਿਧੀ ਚੰਦ ਜੀ ਤੁਹਾਡੇ ਸਿੱਖ ਬੜੇ ਚੰਗੇ ਨੇ ਤੇ ਮਹਾਰਾਜ ਤੁਹਾਡੀ ਹਜ਼ੂਰੀ ਵਿੱਚ ਆ ਕੇ ਇਹ ਸੇਵਾ ਕਰਨ ਦੇ ਨੇ। ਤੇ ਆਪ ਜੀ ਦੇ ਪਿਤਾ ਗੁਰਦੇਵ ਸਤਿਗੁਰੂ ਜੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਕੀਤੀ। ਪਰ ਮਹਾਰਾਜ ਉਹ ਜਿਹੜਾ ਪਹਿਲਾਂ ਚੋਰੀ ਕਰਨ ਦਾ ਸੁਭਾਅ ਸੀ, ਅੱਜ ਕੇ ਆਖੋ ਵਾਹਿਗੁਰੂ। ਮਹਾਰਾਜ ਉਹ ਇਹਨਾਂ ਨੇ ਘੋੜੇ ਲਿਆ ਕੇ ਉੱਥੋਂ ਪ੍ਰਗਟ ਕਰ ਦਿੱਤਾ। ਮਹਾਰਾਜ ਜਿਸ ਤਰ੍ਹਾਂ ਘੋੜੇ ਲਿਆਂਦੇ ਆਮ ਬੰਦਾ ਨਹੀਂ ਇਸ ਤਰ੍ਹਾਂ ਕਰ ਸਕਦਾ। ਤੇ ਗੁਰਮੁਖੋ ਸਾਡੀਆਂ ਮਾਵਾਂ ਸੱਚੀ ਗੱਲ ਕਰ ਰਹੀਆਂ ਜੀ। ਧੰਨ ਮਾਤਾ ਨਾਨਕੀ ਜੀ, ਧੰਨ ਮਾਤਾ ਮਰਵਾਹੀ ਜੀ ਜਿਸ ਤਰੀਕੇ ਨਾਲ ਬਾਬਾ ਜੀ ਗਏ, ਪਹਿਲੀ ਵਾਰੀ ਤਾਂ ਲੈ ਆਏ, ਦੂਜੀ ਵਾਰੀ ਸਖਤ ਪਹਿਰਾ ਸੀਗਾ ਜੀ। ਹਾਂਜੀ। ਉਹ ਸਾਰੇ ਬੰਦਿਆਂ ਦੇ ਸਾਹਮਣੇ ਤੇ ਦੱਸ ਕੇ ਲੈ ਕੇ ਆਏ ਜੀ ਬਾਬਾ ਜੀ। ਹਾਂਜੀ। ਮਾਤਾ ਜੀ ਕਹਿਣ ਲੱਗੇ ਮਹਾਰਾਜ ਸਿੱਖ ਤੇ ਤੁਹਾਡੇ ਬਣੇ ਨੇ ਤੇ ਹੈ ਵੀ ਸਿੱਖ ਵੀ ਬੜੇ ਵਧੀਆ ਨੇ ਬਾਬਾ ਜੀ। ਗੱਜ ਕੇ ਆਖੋ ਵਾਹਿਗੁਰੂ। ਬਾਬਾ ਜੀ ਸਿੱਖ ਵੀ ਬਹੁਤ ਵਧੀਆ ਨੇ, ਇਹਦੇ ਵਿੱਚ ਵੀ ਸ਼ੱਕ ਕੋਈ ਨਹੀਂ। ਪਰ ਉਹ ਜਿਹੜਾ ਪਹਿਲਾ ਸੁਭਾਅ ਹੈ ਨਾ ਮਹਾਰਾਜ, ਉਹ ਸੱਚੇ ਪਾਤਸ਼ਾਹ ਅਜੇ ਵੀ ਇਹਨਾਂ ਵਿੱਚ ਹੈਗਾ। ਹਾਂਜੀ। ਚੋਰੀ ਕਰਤ ਹੇਤ ਉਪਕਾਰੇ, ਗੁਰ ਕੇ ਕਾਰਜ ਅਨਿਕ ਸੁਧਾਰੇ। ਅੱਗੇ ਤੇ ਆਮ ਲੋਕਾਂ ਵਾਸਤੇ ਚੋਰੀ ਕਰਦੇ ਹੁੰਦੇ ਸੀ ਪਹਿਲਾਂ। ਉਹਨਾਂ ਲੋਕਾਂ ਦੇ ਵਿਗੜੇ ਕੰਮ ਬਾਬਾ ਜੀ ਨੇ ਚੋਰੀ ਕਰਕੇ ਸੁਧਾਰ ਦੇਣੇ ਜੀ। ਭਾਵ ਉਹਨਾਂ ਦਾ ਭਲਾ ਕਰ ਦੇਣਾ ਜੀ। ਹਾਂਜੀ। ਤੇ ਗੁਰਮੁਖੋ ਵੈਸੇ ਜਿਸ ਪ੍ਰਕਾਰ ਨਾਲ ਬਾਬਾ ਜੀ ਕੰਮ ਕਰਨ ਦੇ ਸਨ ਪਹਿਲੇ ਜੀਵਨ ਵਿੱਚ, ਅੱਜ ਦੇ ਲੀਡਰਾਂ ਨਾਲੋਂ ਤੇ ਕਿਤੇ ਚੰਗਾ ਕੰਮ ਸੀਗਾ ਜੀ। ਹਾਂਜੀ। ਕਿਸ ਤਰੀਕੇ ਨਾਲ ਗਰੀਬਾਂ ਨੂੰ ਬਾਬਾ ਜੀ ਖੁਸ਼ ਕਰ ਦਿੰਦੇ ਹੁੰਦੇ ਸੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਬਾਬਾ ਜੀ ਨੇ ਗਰੀਬਾਂ ਨੂੰ ਖੁਸ਼ ਕਰ ਦੇਣਾ ਜੀ। ਹਾਂਜੀ। ਗਰੀਬ ਦਾ ਦੁੱਖ ਨਹੀਂ ਸੀ ਵੇਖਦੇ ਹੁੰਦੇ। ਮਹਾਰਾਜ ਜਿਵੇਂ ਪਹਿਲਾਂ ਪਰਉਪਕਾਰ ਵਾਸਤੇ ਕੰਮ ਇਹ ਕਰਦੇ ਸੀ, ਹੁਣ ਇਸ ਵਾਰ ਉਹਨਾਂ ਗੁਰੂ ਘਰ ਵਾਸਤੇ ਇਹ ਕੰਮ ਕੀਤਾ। ਮਹਾਰਾਜ ਕਿਵੇਂ ਬੜੇ ਸਿਆਣਪ ਦੇ ਨਾਲ ਉੱਥੇ ਗਏ, ਕਿਵੇਂ ਘੋੜੇ ਲੈ ਕੇ ਆਏ। ਪਹਿਲਾਂ ਸੁਣਨ ਵਾਲੇ ਨੂੰ ਤੇ ਉਹ ਲੱਗਦਾ ਵੀ ਬਾਬਾ ਜੀ ਚੋਰੀ ਗਏ ਉੱਥੇ। ਗੱਜ ਕੇ ਆਖੋ ਵਾਹਿਗੁਰੂ। ਕਿਸ ਤਰੀਕੇ ਨਾਲ ਭੇਸ ਬਦਲਾਇਆ ਸੱਚੇ ਪਾਤਸ਼ਾਹ। ਹੁਣ ਤੇ ਬਾਬਾ ਜੀ ਨੇ ਗੁਰੂ ਘਰ ਵਾਸਤੇ ਇਹ ਕੰਮ ਕੀਤਾ। ਹਾਂਜੀ। ਬਿਧੀ ਚੰਦ ਭਾਈ ਹਿਤ ਧਰੇ, ਅਪਰ ਕਰਮ ਕੋ ਕਿਛ ਤੈਂ ਕਰੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਸਿੱਖ ਹੈ ਬਿਧੀ ਚੰਦ ਮਹਾਰਾਜ ਜੀ, ਇਹ ਅਸੀਂ ਜਦੋਂ ਤੋਂ ਆਏ ਆ ਗੁਰੂ ਘਰ ਵਿੱਚ, ਇਹ ਭਾਈ ਬਿਧੀ ਚੰਦ ਜੀ ਦੇ ਦਰਸ਼ਨ ਕਰਨ ਆਏ ਆ। ਕਿਉਂ?
ਕਿਉਂਕਿ ਗੁਰੂ ਅਰਜਨ ਸਾਹਿਬ ਦੇ ਵੇਲੇ ਦੇ ਨੇ ਬਾਬਾ ਬਿਧੀ ਚੰਦ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਜਦੋਂ ਦੇ ਅਸੀਂ ਵਿਆਹ ਕੇ ਇਸ ਘਰ ਵਿੱਚ ਆਏ ਆ, ਉਰੋਂ ਦੇ ਮਹਾਰਾਜ ਇਹਨਾਂ ਦੇ ਦਰਸ਼ਨ ਕਰਨੇ ਆ। ਇਹ ਤੁਹਾਡੇ ਨਾਲ ਹੀ ਰਹਿੰਦੇ ਨੇ, ਆਪਣਾ ਸਾਰਾ ਕੁਝ ਇਹਨਾਂ ਤਿਆਗਿਆ ਹੋਇਆ। ਹਾਂਜੀ। ਕਰੋ ਸੁਨਾਵਨ ਹਮਕੋ ਸੋਏ, ਜਿਨ ਸੁਨਬੇ ਮਨ ਅਚਰਜ ਹੋਏ। ਤੇ ਹੁਣ ਮਾਤਾ ਨਾਨਕੀ ਜੀ ਕਹਿਣ ਲੱਗੇ, ਮਾਤਾ ਨਾਨਕੀ ਜੀ ਕਹਿੰਦੇ ਵੀ ਮੇਰੇ ਆਖਿਆਂ ਤੇ ਸੁਣਾ ਦਿੱਤੀ। ਤੇ ਮਾਤਾ ਮਰਵਾਹੀ ਜੀ ਵੀ ਨਾਲ ਹੀ ਬੋਲ ਪਏ। ਮਾਤਾ ਮਰਵਾਹੀ ਜੀ ਕਹਿੰਦੇ ਬਿਧੀ ਚੰਦ ਜੀ ਹੁਣ ਇੱਕ ਮੇਰੇ ਆਖਿਆਂ ਵੀ ਆਪਣੀ ਚੋਰੀ ਦੀ ਕਥਾ ਸੁਣਾਓ। ਗੱਜ ਕੇ ਆਖੋ ਵਾਹਿਗੁਰੂ। ਕਿਵੇਂ ਤੁਸੀਂ ਕੰਮ ਕਰਦੇ ਹੁੰਦੇ ਸੀ, ਇੱਕ ਮੇਰੇ ਆਖਿਆਂ ਵੀ ਸੁਣਾਓ ਹੁਣ। ਹਾਂਜੀ, ਅੱਗੇ ਤੇ ਮਾਤਾ ਨਾਨਕੀ ਜੀ ਦੀ ਸਿਫਾਰਿਸ਼ ਸੀਗੀ ਜੀ, ਹੁਣ ਮਾਤਾ ਜੀ ਮਾਤਾ ਮਰਵਾਹੀ ਜੀ ਦੀ ਸਿਫਾਰਿਸ਼ ਹੋ ਗਈ। ਹਾਂਜੀ। ਸ਼੍ਰੀ ਅਰਜਨ ਮੁਝ ਸੰਗ ਉਚਾਰਾ, ਤੁਵ ਸਿਰ ਚੋਰੀ ਲੇਖ ਉਦਾਰਾ। ਹਾਂਜੀ। ਜੇ ਅਬ ਚਾਹੋ ਕਰੋ ਉਪਕਾਰਾ, ਹਾਂਜੀ। ਪਰ ਧਨ ਆਪ ਨਾ ਲਿਹੋ ਕਰ ਧਾਰਾ। ਤੇ ਫਿਰ ਬਾਬਾ ਜੀ ਮਾਤਾ ਜੀ ਨੂੰ ਦੱਸਣ ਲੱਗੇ। ਹਾਂਜੀ। ਬਹੁਤੇ ਸਿੱਖ ਲਾਗੇ ਨਹੀਂ ਬੈਠੇ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬੈਠੇ, ਸਾਡੀਆਂ ਮਾਵਾਂ ਧੰਨ ਮਾਤਾ ਨਾਨਕੀ ਜੀ, ਧੰਨ ਮਾਤਾ ਮਰਵਾਹੀ ਜੀ ਬੈਠੇ, ਤੇ ਬਾਬਾ ਜੀ ਬੈਠੇ ਜੀ, ਜਾਂ ਹੋਰ ਇੱਕ ਅੱਧਾ ਸਿੱਖ ਲੱਗੇ ਆ ਜੀ। ਹਾਂਜੀ। ਤੇ ਬਾਬਾ ਬਿਧੀ ਚੰਦ ਜੀ ਦੱਸਣ ਲੱਗੇ, ਕਹਿਣ ਲੱਗੇ ਮਾਤਾ ਜੀ ਇੱਕ ਦਿਨ ਮੈਂ ਗੁਰੂ ਅਰਜਨ ਸਾਹਿਬ ਕੋਲ ਬੈਠਾ ਸਾਂ। ਗੱਜ ਕੇ ਆਖੋ ਵਾਹਿਗੁਰੂ। ਮੈਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਬੈਠਾ, ਤੇ ਗੁਰੂ ਅਰਜਨ ਸਾਹਿਬ ਨੇ ਮੈਨੂੰ ਆਉਣ ਵਾਲਾ ਸਮਾਂ ਦੱਸਿਆ। ਉਹ ਕਹਿਣ ਲੱਗੇ ਬਿਧੀ ਚੰਦ ਅਜੇ ਕੁਛ ਉਹੋ ਜਿਹੇ ਕੰਮ ਹੋਰ ਤੂੰ ਕਰਨੇ, ਕਹਿਣ ਲੱਗੇ ਜਿਵੇਂ ਤੇ ਤੂੰ ਪਹਿਲਾਂ ਕਰਦਾ ਸੀ ਨਾ, ਕੁਝ ਅਜੇ ਹੋਰ ਕਰਨੇ ਆ। ਲੇਖਾਂ 'ਚ ਲਿਖੀ ਹੋਈ ਉਹ ਗੱਲ, ਕਹਿਣ ਲੱਗੇ ਲੇਖਾਂ ਦੇ ਵਿੱਚ ਲਿਖੀ ਹੈ, ਤੁਹਾਡੇ ਮਸਤਕ ਤੋਂ ਉਹ ਗੱਲ ਪ੍ਰਤੀਕ ਹੋ ਰਹੀ ਹੈ, ਪਰ ਉਹ ਕੰਮ ਕਰਿਓ ਪਰਉਪਕਾਰ ਵਾਸਤੇ, ਜਿਵੇਂ ਪਹਿਲਾਂ ਕਰਦੇ ਆਏ। ਉਸ ਕੰਮ ਨੂੰ ਕਰਦਿਆਂ ਕਰਦਿਆਂ ਇੱਕ ਦਮੜਾ ਵੀ ਆਪਣੀ ਜੇਬ ਵਿੱਚ ਨਹੀਂ ਪਾਉਣਾ। ਗੱਜ ਕੇ ਆਖੋ ਵਾਹਿਗੁਰੂ। ਕਿਸੇ ਦੂਜੇ ਦਾ ਭਲਾ ਕਰਨਾ, ਕਿਉਂ ਅਜੇ ਤੁਹਾਡੇ ਲੇਖਾਂ 'ਚ ਲਿਖਿਆ ਵੇਖ ਰਿਹਾ ਮੈਨੂੰ, ਕਹਿਣ ਲੱਗੇ। ਹਾਂਜੀ। ਇਮ ਸੁਨ ਮੈਂ ਇੱਕ ਕੇ ਘਰ ਗਇਓ। ਤੇ ਮਾਤਾ ਜੀ ਮੈਂ ਸੱਚੇ ਪਾਤਸ਼ਾਹ ਮਹਾਰਾਜ ਨੂੰ ਆਖਿਆ ਵੀ ਸਤਬਚਨ ਮਹਾਰਾਜ। ਹਾਂਜੀ। ਤੇ ਇੱਕ ਦਿਨ ਵਿਚਰਦਿਆਂ ਮਾਤਾ ਜੀ ਮੈਂ ਇੱਕ ਘਰ ਵਿੱਚ ਗਿਆ। ਹਾਂਜੀ। ਤਿੰਨ ਕੋ ਬਹੁ ਦਾਰਿਦ ਪਿਖ ਲਿਓ। ਮੈਂ ਵੇਖਿਆ ਉਸ ਘਰ ਵਿੱਚ ਗਰੀਬੀ ਬਹੁਤ ਸੀ, ਅੱਤ ਦੀ ਤੰਗੀ ਸੀਗੀ ਉਸ ਘਰ ਵਿੱਚ। ਹਾਂਜੀ। ਦੰਪਤ ਬੈਠੇ ਬਹੁ ਮੁਰਝਾਏ। ਹਾਂਜੀ। ਏਕ ਸਮੈ ਦਿਨ ਨਹਿ ਤ੍ਰਿਪਤਾਏ। ਤੇ ਮਾਤਾ ਜੀ ਮਾਤਾ ਮਰਵਾਹੀ ਜੀ ਨੂੰ ਦੱਸਣ ਦੇ, ਮਾਤਾ ਜੀ ਮੈਂ ਵੇਖਿਆ ਕਿ ਉਹ ਦੋਵੇਂ ਪਤੀ ਪਤਨੀ ਬੈਠੇ, ਜਿਹੜਾ ਚਿਹਰਾ ਉਹਨਾਂ ਦਾ ਬੜਾ ਮੁਰਝਾਇਆ ਹੋਇਆ, ਤੇ ਉਹਨਾਂ ਨੂੰ ਦਿਹਾੜੀ ਵਿੱਚ ਇੱਕ ਸਮੇਂ ਵੀ ਰੋਟੀ ਨਸੀਬ ਨਹੀਂ ਸੀ ਹੁੰਦੀ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਗੁਰਮੁਖੋ ਬੜੇ ਬੜੇ ਲੋਕ ਬੈਠੇ। ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਜੀ ਕਰਮਾਂ ਦੀ ਖੇਡ ਹੈ ਜੀ, ਕਈਆਂ ਨੂੰ ਤੇ ਬਹੁਤ ਮਿਲਦਾ ਜੀ। ਹਾਂਜੀ। ਤੇ ਕਈਆਂ ਦੇ ਕਰਮਾਂ ਦੀ ਖੇਡ ਐਸੀ ਹੈ ਜੀ। ਮੈਂ ਵੇਖਿਆ ਮਾਤਾ ਜੀ ਉੱਥੇ ਉਹ ਦੋਵੇਂ ਬੈਠੇ, ਤੇ ਦਿਹਾੜੀ 'ਚ ਇੱਕ ਸਮੇਂ ਵੀ ਉਹਨਾਂ ਨੂੰ ਰੋਟੀ ਨਹੀਂ ਸੀ ਨਸੀਬ ਹੁੰਦੀ, ਪ੍ਰਸ਼ਾਦਾ ਨਹੀਂ ਸੀ ਮਿਲਦਾ ਹੁੰਦਾ। ਹਾਂਜੀ। ਇੱਕ ਕੰਨਿਆ ਤਿੰਨ ਕੇ ਘਰ ਮਾਹੀ, ਬਰ ਪ੍ਰਾਪਤ ਧਨ ਬਿਨ ਨਹਿ ਵਿਆਹੀ। ਇੱਕ ਧੀ ਸੀ ਉਹਨਾਂ ਦੇ ਘਰ ਵਿੱਚ, ਇੱਕ ਧੀ। ਹੁਣ ਰਿਸ਼ਤਾ ਤੇ ਉਹਦਾ ਹੋਇਆ ਸੀ, ਕਹਿਣ ਲੱਗੇ ਰਿਸ਼ਤਾ ਤੇ ਹੋਇਆ ਸੀ, ਪਰ ਇੰਨੀ ਮਾਇਆ ਨਹੀਂ ਸੀ ਵੀ ਉਸ ਧੀ ਦਾ ਉਹ ਵਿਆਹ ਕਰ ਸਕਣ। ਗੱਜ ਕੇ ਆਖੋ ਵਾਹਿਗੁਰੂ। ਆ ਤੇ ਬੜਾ ਹੀ ਵੱਡਾ ਪਰਉਪਕਾਰ ਜੀ। ਸੰਗਤ ਜੀ ਆ ਜਿਹੜਾ ਬਾਬਾ ਜੀ ਨੇ ਉਪਕਾਰ ਕਰਨੇ ਤੇ ਬਹੁਤ ਵੱਡਾ ਜੀ। ਗਰੀਬ ਲੋੜਵੰਦ ਹੋਵੇ ਸਿੱਖ, ਤੇ ਉਹਦੀ ਧੀ ਦਾ ਸ਼ਾਦੀ ਕਰ ਦੇਣ, ਜਾਂ ਕੋਈ ਵੀ ਗਰੀਬ ਹੋਵੇ ਜੀ। ਹਾਂਜੀ। ਕਿਸੇ ਦੀ ਧੀ ਉਹਦੇ ਸਹੁਰੇ ਪਰਿਵਾਰ ਨੂੰ ਤੋਰਨੀ ਬੜਾ ਵੱਡਾ ਪੁੰਨ ਹੈਗਾ ਜੀ। ਹਾਂਜੀ। ਬਾਬਾ ਜੀ ਕਹਿਣ ਲੱਗੇ ਮੈਂ ਉਸ ਘਰ ਵਿੱਚ ਗਿਆ, ਲਾਗੇ ਧੀ ਬੈਠੀ ਸੀ, ਤੇ ਘਰਦਿਆਂ ਕੋ ਪੈਸੇ ਨਹੀਂ ਸੀ ਹੈਗੇ ਵੀ ਉਹਦਾ ਵਿਆਹ ਕਰ ਸਕਣ। ਹਾਂਜੀ। ਨਿਤ ਚਿੰਤਾ ਮੈਂ ਰਹਿ ਬਿਸੂਰਤ, ਰਹਿ ਸਥਿਰ ਜਿਮ ਪਾਹਿਨ ਮੂਰਤ। ਤੇ ਉਹ ਨੇਤੀ ਵਿਚਾਰੇ ਚਿੰਤਾ ਵਿੱਚ ਰਹਿੰਦੇ ਸਨ, ਬੜੇ ਦੁਖੀ ਰਹਿੰਦੇ ਸਨ ਉਹ। ਹਾਂਜੀ। ਤਿੰਨ ਕੋ ਦੇਖ ਦਇਆ ਮੋਹਿ ਆਈ,
ਮੈਂ ਦਇਹੋਂ ਧਨ ਗਿਰਹਾ ਸੁਨਾਈ। ਤੇ ਮੈਂ ਉਹਨਾਂ ਨੂੰ ਵੇਖਿਆ ਤੇ ਮੇਰੇ ਅੰਦਰ ਬੜੀ ਦਇਆ ਪੈਦਾ ਹੋ ਗਈ ਵੀ ਵੇਖੋ ਜਵਾਨ ਧੀ ਘਰ ਵਿੱਚ ਬੈਠੀ ਹੈ, ਸ਼ਾਦੀ ਕਰ ਨਹੀਂ ਸਕਦੇ, ਰਿਸ਼ਤਾ ਹੋਇਆ ਤੇ ਪੈਸਿਆਂ ਹੱਥੋਂ ਸ਼ਾਦੀ ਨਹੀਂ ਕਰਨ ਦੇ। ਮੈਂ ਬੜਾ ਮਨ ਵਿੱਚ ਮਹਿਸੂਸ ਕੀਤਾ, ਮੈਨੂੰ ਦੁੱਖ ਹੋਇਆ। ਤੇ ਮਾਤਾ ਜੀ ਮੈਂ ਉਹਨਾਂ ਨੂੰ ਆਖਿਆ ਵੀ ਤੁਸੀਂ ਸ਼ਾਦੀ ਦੀਆਂ ਤਿਆਰੀਆਂ ਕਰੋ ਤੇ ਮਾਇਆ ਤੁਹਾਨੂੰ ਮੈਂ ਦਿਆਂਗਾ। ਗੱਜ ਕੇ ਆਖੋ ਵਾਹਿਗੁਰੂ। ਕੌਣ ਕਰਦਾ ਜੀ? ਹੁਣ ਤੇ ਧੀ ਦੇ ਵਿਆਹ ਵਿੱਚ ਸ਼ਗਨ ਪਾਉਣ ਲੱਗਿਆ ਵੀ ਬੰਦਾ 2 ਵਾਰ ਸੋਚਦਾ ਜੀ। ਕਈ ਇਹੋ ਜਿਹੇ ਵੀ ਹੈਗੇ ਵੀ ਸ਼ਗਨ ਪਾਉਣ ਲੱਗਿਆ ਵੀ 2 ਵਾਰ ਸੋਚਦੇ ਜੀ। ਹਾਂਜੀ, ਬਾਬਾ ਜੀ ਕਹਿਣ ਲੱਗੇ, ਮੈਂ ਉਹਨਾਂ ਨੂੰ ਆਖਿਆ ਵੀ ਤੁਸੀਂ ਚਿੰਤਾ ਹੀ ਨਾ ਕਰੋ, ਵਿਆਹ ਦੀਆਂ ਤਿਆਰੀਆਂ ਆਰੰਭ ਕਰ ਦਿਓ, ਸਾਰੀ ਮਾਇਆ ਬਣਦੀ ਮੈਂ ਲੈ ਕੇ ਆਵਾਂਗਾ ਤੁਹਾਡੇ ਵਾਸਤੇ। ਹਾਂਜੀ। ਜਿਸ ਤੇ ਕੰਨਿਆ ਕੋ ਹੋਏ ਵਿਆਹੋ, ਅਰ ਬੈਠੇ ਭੋਜਨ ਲਿਹੋ ਖਾਹੋ। ਤੇ ਹੁਣ ਉਹਨਾਂ ਨੂੰ ਭੁੱਖ ਬੜੇ ਚਿਰ ਦੀ ਲੱਗੀ ਸੀਗੀ। ਮੈਂ ਆਖਿਆ ਵੀ ਕੋਈ ਗੱਲ ਨਹੀਂ, ਤੁਸੀਂ ਧੀ ਦੇ ਵਿਆਹ ਦੀ ਗੱਲ ਛੱਡ ਦਿਓ, ਉਹ ਤੁਹਾਨੂੰ ਮਾਇਆ ਮਿਲ ਜੇਗੀ। ਹੁਣ ਤੁਹਾਡੇ ਪ੍ਰਸ਼ਾਦੇ ਦਾ ਮੈਂ ਪ੍ਰਬੰਧ ਕਰਾਂ। ਹਾਂਜੀ। ਤਿਸਪੁਰ ਮਹਿ ਇੱਕ ਘਰ ਚੱਲ ਗਇਓ, ਬ੍ਰਿੰਦ ਮੇਲ ਤਹ ਦੇਖਤ ਭਇਓ। ਤੇ ਬਾਬਾ ਵਿਧੀ ਚੰਦ ਜੀ ਮਾਤਾ ਮਰਵਾਹੀ ਜੀ ਨੂੰ ਦੱਸਣ ਦੇ, ਮਾਤਾ ਜੀ ਮੈਂ ਉਥੋਂ ਘਰ ਤੋਂ ਬਾਹਰ ਆ ਗਿਆ। ਮੈਂ ਆਖਿਆ ਵੀ ਹੁਣ ਵਿਧੀ ਬਣਾਈਏ। ਬਾਬਾ ਜੀ ਆਪਸ ਵਿੱਚ ਵਿਚਾਰ ਕਰਨ ਦੇ ਆਪਣੇ ਮਨ 'ਚ, ਕੋਈ ਵਿਧੀ ਬਣਾਈਏ ਵੀ ਘੱਟੋ ਘੱਟ ਅੱਜ ਤੇ ਇਹਨਾਂ ਨੂੰ ਪ੍ਰਸ਼ਾਦਾ ਮਿਲੇ, ਅੱਜ ਤੇ ਪ੍ਰਸ਼ਾਦਾ ਮਿਲੇ। ਤੇ ਉਸ ਸਮੇਂ ਇੱਕ ਇਹੋ ਜਿਹੇ ਘਰ ਵਿੱਚ ਗਿਆ ਜਿੱਥੇ ਪਹਿਲਾਂ ਹੀ ਮੇਲ ਬੜਾ ਇਕੱਠਾ ਹੋਇਆ ਸੀਗਾ। ਹਾਂਜੀ। ਮਿਲਿਓ ਨਰਨ ਮਹਿ ਅੰਤਰ ਬਰਿਓ, ਹੁਤੋ ਵਿਆਹ ਸਭ ਦੇਖਣ ਕਰਿਓ। ਤੇ ਮੈਂ ਜਾ ਕੇ ਵੇਖਿਆ ਵੀ ਉਸ ਘਰ ਵਿੱਚ ਵਿਆਹ ਰਚਿਆ ਹੋਇਆ ਸੀ, ਵਿਆਹ ਦੇ ਕੰਮ ਹੋ ਰਹੇ ਸਨ, ਲੋਕ ਬੈਠੇ ਸਨ, ਖੂਬ ਉਥੇ ਜਲ ਪਾਣੀ ਪ੍ਰਸ਼ਾਦਾ ਚੱਲ ਰਿਹਾ ਸੀ। ਹਾਂਜੀ। ਤਬ ਬਰਾਤ ਅੰਤਰ ਬੁਲਵਾਈ, ਤੇ ਭੋਜਨ ਕਰ ਪਾਂਤੀ ਬਿਠਾਈ। ਪਹਿਲਾਂ ਤੇ ਮੇਲ ਬੈਠਾ ਸੀ ਤੇ ਮਾਤਾ ਜੀ ਮੇਰੇ ਵਹਿੰਦਿਆਂ ਵਹਿੰਦਿਆਂ ਬਰਾਤ ਅੰਦਰ ਆ ਗਈ ਜੀ। ਕਹਿਣ ਲੱਗੇ ਜਿਹੜਾ ਪੰਡਾਲ ਬਣਿਆ ਸੀ, ਪੰਗਤਾਂ ਲੱਗ ਗਈਆਂ ਬਰਾਤ ਨੂੰ ਬਿਠਾਉਣ ਵਾਸਤੇ। ਹਾਂਜੀ। ਤਹ ਮੈਂ ਭਇਓ ਪਰੋਸਨ ਵਾਰਾ, ਤੇ ਮੈਂ ਉਹਨਾਂ ਲੋਕਾਂ ਵਿੱਚ ਜਾ ਕੇ ਤੇ ਮੈਂ ਵੀ ਵਰਤਾਵਾ ਬਣ ਗਿਆ। ਹਾਂਜੀ। ਗੱਜ ਕੇ ਆਖੋ ਵਾਹਿਗੁਰੂ। ਭੋਜਨ ਪ੍ਰਸ਼ਾਦ ਨੂੰ ਲੈ ਕੇ ਆਉਣਾ, ਉਹਨਾਂ ਨੂੰ ਦੇਣਾ ਜੀ, ਜਿਹੜੇ ਕਈ ਦਿਨਾਂ ਦੇ ਭੁੱਖੇ ਬੈਠੇ। ਮੈਂ ਉਹਨਾਂ ਦੇ ਵਿੱਚ ਜਾ ਕੇ ਵਰਤਾਵਾ ਬਣ ਗਿਆ। ਮੈਂ ਵੀ ਜਾ ਕੇ ਬਾਲਟੀ ਫੜਦੀ ਤੇ ਕੜਛੀ ਫੜਦੀ ਤੇ ਸਬਜ਼ੀਆਂ ਭਾਜੀਆਂ ਮੈਂ ਵੀ ਵਰਤਾਉਣ ਲੱਗਾ। ਹਾਂਜੀ। ਭਰਿਓ ਟੋਕਰਾ ਲਿਆਉ ਆਹਾਰਾ, ਤੇ ਮੈਂ ਕਦੀ ਤੇ ਬਾਲਟੀ ਫੜ ਲਾਂ ਤੇ ਕਦੀ ਟੋਕਰੇ ਭਰ ਭਰ ਜਿਹੜੇ ਪ੍ਰਸ਼ਾਦੇ ਬਣੇ ਸੀ ਉਹ ਲੈ ਕੇ ਆਵਾਂ। ਹਾਂਜੀ। ਤਬ ਮੈਂ ਲੈ ਪਕਵਾਨ ਕਨੇਰਾ, ਹਾਂਜੀ। ਗਇਓ ਨਿਕਸ ਕਰ ਕਿਨਹੂ ਨਾ ਹੇਰਾ। ਤੇ ਗੱਜ ਕੇ ਆਖੋ ਵਾਹਿਗੁਰੂ। ਬਾਬਾ ਜੀ ਕਹਿਣ ਲੱਗੇ, ਮਾਤਾ ਜੀ ਉਸ ਘਰ ਵਿੱਚ ਪ੍ਰਸ਼ਾਦਾ ਪਾਣੀ ਬਹੁਤ ਬਣਿਆ ਸੀ, ਬਰਾਤ ਵੀ ਖੁੱਲੀ ਆਈ ਤੇ ਪ੍ਰਸ਼ਾਦਾ ਵੀ ਖੁੱਲਾ ਬਣਿਆ ਸੀ। ਮੈਂ ਆਖਿਆ ਇੱਥੋਂ ਜੇ ਚੋਰੀ ਕਰ ਵੀ ਲਵਾਂ ਤਾਂ ਇਹਨਾਂ ਨੂੰ ਕਿਹੜਾ ਬੜਾ ਫਰਕ ਪੈਣਾ ਹੈ, ਇੱਥੋਂ ਹੋ ਵੀ ਜਾਏ ਤੇ ਗੱਲ ਹੀ ਕੋਈ ਨਹੀਂ। ਇੱਥੇ ਤੇ ਹਲਵਾਈ ਬੈਠੇ ਹੀ ਨੇ, ਤਿਆਰ ਹੋ ਰਿਹਾ, ਗੱਲ ਹੀ ਕੋਈ ਨਹੀਂ। ਮਾਤਾ ਜੀ ਮੈਂ ਭੇਸ ਬਦਲਿਆ, ਪਰੋਸਣ ਵਾਲਾ ਬਣ ਗਿਆ, ਵਰਤਾਉਣ ਵਾਲਾ ਬਣ ਗਿਆ। ਲੇਹਰ ਖਾਏ ਸੋ ਕੀਨਸ ਪਾਨ। ਉਹਨਾਂ ਨੂੰ ਤੇ ਵੈਸੇ ਰੋਟੀ ਨਹੀਂ ਜੁੜਦੀ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਉਹ ਜਿਹੜੇ ਭੁੱਖੇ ਸਨ ਉਹਨਾਂ ਨੂੰ ਤੇ ਵੈਸੇ ਪ੍ਰਸ਼ਾਦਾ ਨਹੀਂ ਜੁੜਦਾ। ਕਹਿਣ ਲੱਗੇ, ਮਾਤਾ ਜੀ ਜਦੋਂ ਵਿਆਹ ਵਾਲਾ ਭੋਜਨ ਉਹਨਾਂ ਨੂੰ ਲਿਆ ਕੇ ਖਵਾਇਆ ਤਾਂ ਬੜੇ ਖੁਸ਼ ਹੋਏ, ਬੜੇ ਖੁਸ਼ ਹੋਏ। ਧੀ ਵੀ ਬਹੁਤ ਖੁਸ਼ ਹੋਈ, ਉਹਦੇ ਮਾਂ ਪਿਓ ਵੀ ਬੜੇ ਖੁਸ਼ ਹੋਏ ਵੀ ਆ ਤੇ ਸਾਡੇ ਕਈ ਦਿਨਾਂ ਦੀ ਭੁੱਖ ਤੂੰ ਦੂਰ ਕਰ ਦਿੱਤੀ ਭਾਈ। ਹਾਂਜੀ। ਅਪਰ ਵਸਤ ਕੁਛ ਹਾਥ ਨਾ ਆਈ, ਜਾਏ ਅਪਰ ਘਰ ਸੰਨ ਲਗਾਈ। ਤੇ ਹੁਣ ਚਾਹੀਦੀ ਤੇ ਮਾਇਆ ਸੀ, ਥੋੜੇ ਬਹੁਤੇ ਪ੍ਰਸ਼ਾਦੇ ਨਾਲ ਕਿਹੜਾ ਵਿਆਹ ਹੋ ਜਾਣਾ ਸੀ। ਮਾਤਾ ਜੀ ਵਿਆਹ ਵਾਸਤੇ ਮਾਇਆ ਚਾਹੀਦੀ ਸੀ। ਤੇ ਮੈਂ ਫਿਰ ਵਿਚਾਰ ਕੀਤੀ ਵੀ ਹੁਣ ਦੂਜੇ ਕਿਸੇ ਘਰ ਵਿੱਚ ਜਾ ਕੇ ਸੰਨ ਲਾਵਾਂ, ਉਥੋਂ ਸੰਨ ਲਾ ਕੇ ਤੇ ਪੈਸੇ ਕੱਢਾਂ ਥੋੜੇ ਬਹੁਤੇ। ਹਾਂਜੀ। ਅੰਤਰ ਬਰਿਓ ਚੁਬਾਰੇ ਚੜਿਓ, ਬੈਠਿਓ ਬਨੀਆਂ ਤਹਾਂ ਨਿਹਰਿਓ। ਤੇ ਰਾਤ ਦਾ ਸਮਾਂ ਵੇਖ ਕੇ ਮੈਂ ਗਲੀ ਵਿੱਚ ਤੁਰਨ ਫਿਰਨ ਲੱਗ ਪਿਆ। ਗੱਜ ਕੇ ਆਖੋ ਵਾਹਿਗੁਰੂ। ਮਾਤਾ ਜੀ ਠੰਡ ਦੇ ਦਿਨ ਸਨ, ਰਾਤ ਦਾ ਸਮਾਂ ਸੀ। ਮੈਂ ਬੁੱਕਲ ਮਾਰੀ
ਤੇ ਗਲੀ ਵਿੱਚ ਤੁਰਨ ਫਿਰਨ ਲੱਗ ਪਿਆ। ਤੇ ਜਦੋਂ ਮੈਂ ਕਰਦਿਆਂ ਇੱਕ ਘਰ ਵੇਖਿਆ ਜਿਹੜਾ ਕਿ ਬਾਣੀਏ ਦਾ ਘਰ ਸੀ, ਬਾਣੀਏ ਦਾ। ਹਾਂਜੀ। ਰੁਜਨਾਵੇਂ ਲੇਖੇ ਕੀ ਵਿਧੀ, ਰਹਿਓ ਜੋਰ ਹੋਵਤ ਨਹਿ ਸਿਧੀ। ਹੁਣ ਰਾਤ ਦਾ ਸਮਾਂ ਤੇ ਉਹ ਬਾਣੀਆਂ ਲਾਗੇ ਦੀਵਾ ਜਗਾ ਕੇ ਨਾ ਜੀ ਆਪਣਾ ਖਾਤਾ ਸਾਰਾ ਚੈੱਕ ਕਰਨ ਦਿਆ ਸੀਗਾ, ਚੈੱਕ ਕਰਨ ਦਿਆ ਸੀ। ਪਰ ਉਹਦਾ ਨਾ ਜੀ ਖਾਤਾ ਮੇਲ ਨਹੀਂ ਸੀ ਖਾ ਰਿਹਾ ਜੀ। ਪਤਾ ਕਿਉਂ ਜੀ? ਇੱਕ ਦਮੜਾ ਘਟਣ ਦਿਆ ਸੀਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਬਾਣੀਏ ਇਹਨਾਂ ਗੱਲਾਂ ਦਾ ਬੜਾ ਧਿਆਨ ਰੱਖਦੇ, ਪੂਰੀ ਚੀਜ਼ ਰੱਖਣਗੇ ਜੀ, ਪੂਰੀ। ਉਹ ਬਾਰ-ਬਾਰ ਸਾਰੀ ਗਿਣਤੀ ਗਿਣੇ ਤੇ ਦਮੜਾ ਘਟ ਜੇ ਜੀ। ਫਿਰ ਉਹ ਬਾਰ-ਬਾਰ ਸਾਰੀ ਗਿਣਤੀ ਗਿਣੇ ਤੇ ਦਮੜਾ ਘਟ ਜੇ ਜੀ। ਹਾਂਜੀ। ਉਹ ਦਮੜੀ ਪੂਰੀ ਕਰਨ ਦੇ ਚੱਕਰ ਵਿੱਚ ਲੱਗਾ ਜੀ ਤੇ ਉਹਦੀ ਦਮੜੀ ਪੂਰੀ ਨਾ ਹੋਵੇ ਜੀ। ਹਾਂਜੀ। ਤੀਨ ਜਾਮ ਜਾਮਨ ਬਿਤ ਗਈ। ਹੁਣ ਉਹ ਬੈਠਾ ਸਾਰੀ ਰਾਤ ਦੀਵੇ ਦੀ ਲੋ ਵਿੱਚ ਗਿਣਦਾ ਰਿਹਾ। ਰਾਤ 3 ਪਹਿਰ ਬਤੀਤ ਹੋ ਗਈ ਜੀ, 3 ਪਹਿਰ। ਹਾਂਜੀ। ਤਕਰੀਬਨ ਅੱਧੀ ਤੋਂ ਵੱਧ ਰਾਤ ਬਤੀਤ ਹੋ ਗਈ, 1 ਪਹਿਰ ਰਾਤ ਰਹਿ ਗਈ। ਹਾਂਜੀ। ਗਿਣਤ ਮੰਦ ਮਤ ਗਿਆਨ ਨ ਦਈ, ਤੇ ਗਿਣਤ ਮੰਦ ਮਤ ਤਿਆਗ ਨਾ ਦਈ। ਗੁਰਮੁਖੋ ਬਾਬਾ ਜੀ ਮਾਤਾ ਜੀ ਨੂੰ ਦੱਸਣ, ਮਾਤਾ ਜੀ ਉਹ ਮੂਰਖ ਬਾਰ-ਬਾਰ ਗਿਣਤੀ ਕਰੇ ਤੇ ਛੱਡੇ ਕੁਛ ਨਾ। ਭਾਵ ਇਹ ਆ ਵੀ ਜੇ ਦਮੜੀ ਰਹਿ ਵੀ ਜਾਏ ਨਾ ਵੀ ਪੂਰੀ ਹੋਏ ਤੇ ਗੱਲ ਕੋਈ ਨਹੀਂ, ਪਰ ਉਹ ਕਹਿੰਦਾ ਵੀ ਮੈਂ ਦਮੜੀ ਪੂਰੀ ਕਰਕੇ ਹੀ ਰਹਿਣੀ ਰਾਤ, ਜੋ ਮਰਜ਼ੀ ਹਿਸਾਬ ਪੂਰਾ ਕਰਕੇ ਹੀ ਸੌਣਾ ਜੀ। ਗੱਜ ਕੇ ਆਖੋ ਵਾਹਿਗੁਰੂ। ਕਈਆਂ ਦਾ ਸੁਭਾਅ ਹੁੰਦਾ ਜੀ। ਹਾਂਜੀ। ਜੈਸਾ ਜੀ ਦਾ ਸੁਭਾਅ ਬਣਿਆ ਉਹ ਰਾਤ ਜਾਗਦੇ ਰਹਿੰਦੇ ਜੀ, ਰਾਤ ਜਾਗਦੇ ਰਹਿੰਦੇ ਵੀ ਹਿਸਾਬ ਪੂਰਾ ਕਰਕੇ ਹੀ ਸੌਣਾ ਜੀ। ਉਹ ਬਾਣੀਆਂ ਆਖੇ ਵੀ ਮੈਂ ਤੇ ਪੂਰਾ ਹਿਸਾਬ ਕਰਕੇ ਹੀ ਰਾਤ ਸੌਣਾ ਅੱਜ। ਹਾਂਜੀ। ਜਾਗਤ ਇਸਤਰੀ ਵਿਆਕੁਲ ਹੋਈ। ਹਾਂਜੀ। ਦੁੱਧ ਕਟੋਰਾ ਭਰ ਕਰ ਸੋਈ। ਤੇ ਉਹਦੀ ਇਸਤਰੀ ਜਾਗਣ ਦੀ ਸੀ, ਉਹਦੀ ਘਰ ਵਾਲੀ ਪਤਨੀ। ਉਹ ਦੁੱਧ ਦਾ ਕਟੋਰਾ ਭਰ ਕੇ ਲੈ ਕੇ ਆਪਣੇ ਪਤੀ ਦੇ ਕੋਲ ਆਈ। ਬਾਬਾ ਜੀ ਕਹਿੰਦੇ, ਮਾਤਾ ਜੀ ਮੈਂ ਇੱਕ ਪਾਸੇ ਸਾਰਾ ਕੁਝ ਵੇਖ ਰਿਹਾ ਸਾਂ, ਇੱਕ ਪਾਸੇ ਝਰਨੇ ਚੋਂ ਵੀ ਇਹ ਕਰਨ ਕੀ ਦੇ ਦੋਵੇਂ। ਹਾਂਜੀ। ਢਿੱਗ ਹੋਏ ਕਹਿ ਸਮਝਾਵਨ ਕਾਜ। ਹਾਂਜੀ। ਖਾਏ ਨਾ ਪੀਓ ਤੈਂ ਕਿਛ ਆਜ। ਗੱਜ ਕੇ ਆਖੋ ਵਾਹਿਗੁਰੂ। ਉਹਦੀ ਪਤਨੀ, ਮਾਤਾ ਜੀ ਉਹਦੀ ਪਤਨੀ ਆਪਣੇ ਪਤੀ ਨੂੰ ਕਹਿਣ ਲੱਗੀ, ਪਤੀ ਜੀ ਕੁਛ ਖਾ ਪੀ ਲੋ, ਦਮੜੀ ਦੇ ਚੱਕਰ ਵਿੱਚ ਅੱਜ ਤੁਸੀਂ ਖਾਧਾ ਪੀਤਾ ਹੀ ਨਹੀਂ ਕੁਛ। ਕਹਿਣ ਲੱਗੀ ਕੁਛ ਤੇ ਖਾਓ ਪੀਓਗੇ ਨਹੀਂ ਤੇ ਗੱਲ ਕਿਵੇਂ ਬਣੇਗੀ। ਹਾਂਜੀ। ਜੇ ਅਬ ਤੁਝ ਤੇ ਜਾਏ ਨਾ ਦੇਖਾ, ਤਿਆਗ ਦੇਹੋ ਪੁਨ ਕੀਜੈ ਲੇਖਾ। ਤੇ ਪਤੀ ਜੀ ਹੁਣ ਛੱਡੋ ਪਰਾਂ, ਜੇ ਨਹੀਂ ਵੀ ਦਮੜੀ ਪੂਰੀ ਹੋਉਂਦੀ ਤੇ ਦਿਨੇ ਵੇਖ ਲਿਓ। ਗੱਜ ਕੇ ਆਖੋ ਵਾਹਿਗੁਰੂ। ਤੇ ਤੁਸੀਂ ਇਹਦਾ ਖਹਿੜਾ ਛੱਡੋ ਤੇ ਆ ਦੁੱਧ ਪੀਓ, ਦੁੱਧ। ਹਾਂਜੀ। ਸੁਨਤ ਬਾਕ ਕੋ ਰਿਸ਼ਤੇ ਰਾਚਾ। ਹਾਂਜੀ। ਨਿਜ ਇਸਤਰੀ ਕੋ ਹਸਤ ਤਮਾਚਾ। ਤੇ ਕਹਿਣ ਲੱਗੇ, ਮਾਤਾ ਜੀ ਮੈਂ ਵੇਖ ਰਿਹਾ ਸਾਂ ਉਸ ਬਾਣੀਏ ਨੂੰ ਗੁੱਸਾ ਬੜਾ ਚੜਿਆ। ਉਹ ਕਹਿਣ ਲੱਗਾ ਤੂੰ ਮੈਨੂੰ ਸਲਾਹ ਦੇਣ ਆ ਗਈ। ਉਹਨੂੰ ਇੰਨਾ ਗੁੱਸਾ ਚੜਿਆ ਉਹ ਉੱਠ ਕੇ ਆਪਣੀ ਘਰ ਵਾਲੀ ਪਤਨੀ ਨੂੰ ਉਹਨੇ ਚਪੇੜ ਹੀ ਮਾਰ ਦਿੱਤੀ ਜੀ। ਉਹ ਕਹਿਣ ਲੱਗਾ ਮੇਰੀ ਦਮੜੀ ਨਹੀਂ ਪੂਰੀ ਹੋਣ ਦੀ, ਤੈਨੂੰ ਦੁੱਧ ਦੀ ਪਈ ਹੈ। ਹਾਂਜੀ। ਭਾਈ ਕਰੋਧ ਧਰ ਗੇਰ ਕਟੋਰਾ। ਉਹਨੂੰ ਵੀ ਗੁੱਸਾ ਚੜਿਆ, ਉਹਨੇ ਫੜਿਆ ਕਟੋਰਾ ਤੇ ਸੁੱਟਿਆ ਵਗਾ ਕੇ ਉਹਦੇ ਅੱਗੇ। ਗੱਜ ਕੇ ਆਖੋ ਵਾਹਿਗੁਰੂ। ਜਾ ਨਹੀਂ ਪੀਣਾ ਦੁੱਧ ਤੇ ਨਾ ਪੀ, ਤੇਰੀ ਦਮੜੀ ਨਹੀਂ ਪੂਰੀ ਹੁੰਦੀ ਤੇ ਨਾ ਹੋਵੇ। ਜਾਗਦਾ ਤਾਂ ਸਾਰੀ ਰਾਤ, ਮੈਨੂੰ ਕੀ ਲੱਗੇ। ਬਾਬਾ ਜੀ ਕਹਿਣ ਲੱਗੇ, ਮਾਤਾ ਜੀ ਉਹਨੇ ਮਾਰੀ ਪਤਨੀ ਨੂੰ ਚਪੇੜ ਤੇ ਪਤਨੀ ਹੋਈ ਦੁਖੀ। ਪਤਨੀ ਨੇ ਭਵਾ ਕੇ ਮਾਰਿਆ ਦੁੱਧ ਦਾ ਕਟੋਰਾ। ਫੜ ਹੁਣ ਦੁੱਧ, ਹੁਣ ਪੀਲਾ ਚੰਗੀ ਤਰ੍ਹਾਂ। ਹਾਂਜੀ। ਦੂਧ ਬਿਥਾਰਿਓ ਪਤ ਕੀ ਓਰਾ। ਤੇ ਸਾਰਾ ਆਪਣੇ ਪਤੀ ਵੱਲ ਸੁੱਟਦਾ। ਗੱਜ ਕੇ ਆਖੋ ਵਾਹਿਗੁਰੂ। ਵੀ ਇੱਕ ਰਾਤ ਜਾਗ ਕੇ ਕਿਤੇ ਨੂੰ ਦੁੱਧ ਪਿਆਵਾਂ ਤੇ ਉੱਤੋਂ ਤੇਰੇ ਕੋ ਚਪੇੜ ਖਾਵਾਂ, ਐਸਾ ਨਹੀਂ ਹੋ ਸਕਦਾ। ਪਿਆ ਹੀ ਦੁੱਧ ਪੀਲਾ ਫਿਰ ਆਪਣਾ। ਹਾਂਜੀ। ਕਹਿਓ ਸ਼ੂਮ ਤੂੰ ਭਇਓ ਮਹਾਨੇ। ਉਹਨੂੰ ਗੁੱਸਾ ਚੜ ਗਿਆ। ਮਾਤਾ ਜੀ ਉਹ ਆਪਣੇ ਪਤੀ ਨੂੰ ਕਹਿਣ ਲੱਗੀ ਵੀ ਸਾਰੀ ਕੁੱਲ ਵਿੱਚ ਤੂੰ ਹੀ ਵੱਡਾ ਸ਼ੂਮ ਪੈਦਾ ਹੋ ਗਿਆ। ਹਾਂਜੀ। ਦੇਵ ਪਿੱਤਰ ਕਿਸ ਹੂ ਨਹਿ ਮਾਨੇ। ਨਾ ਤੂੰ ਕਹੇ ਦੇਵਤੇ ਨੂੰ ਮੰਨੇ, ਨਾ ਤੂੰ ਕਹੇ ਪਿੱਤਰ ਨੂੰ ਮੰਨੇ। ਇੱਕ ਦਮੜੀ ਪਿੱਛੇ ਇਹ ਹਾਲ ਹੋ ਰਿਹਾ। ਹਾਂਜੀ। ਇੱਕ ਦਮੜੀ ਪਰ ਰਾਤ ਗੁਜ਼ਾਰੀ। ਇੱਕ ਦਮੜੀ ਤੇ ਪੂਰੀ ਰਾਤ ਹੀ ਤੂੰ ਲਾਤੀ। ਗੱਜ ਕੇ ਆਖੋ ਵਾਹਿਗੁਰੂ।
ਹੁੰਦਾ ਜੀ ਬੰਦੇ ਨੂੰ ਸੰਤੁਸ਼ਟੀ, ਅੰਦਰ ਦੀ ਸੰਤੁਸ਼ਟੀ ਦੀ ਗੱਲ ਹੈ ਜੀ। ਜੇ ਨਾ ਪੂਰੀ ਹੋਏ ਤੇ ਗੱਲ ਬਣਦੀ ਨਹੀਂ ਜੀ। ਮੈਂ ਵੀ 2-3 ਮਨੁੱਖ ਵੇਖੇ ਜੀ, ਹਿਸਾਬ ਪੂਰਾ ਨਾ ਹੋਵੇ ਤੇ ਰਾਤ ਰਾਤ ਹੀ ਉਹ ਜਾਗਦੇ ਰਹਿੰਦੇ ਜੀ, ਸਾਰੀ ਸਾਰੀ ਰਾਤ ਹੀ ਜਾਗਣਗੇ। ਇੱਕ ਮਿਲਿਆ ਜੀ ਮੈਨੂੰ, ਉਹ ਕਹਿੰਦਾ ਵੀ ਮੈਂ ਹਿਸਾਬ ਪੂਰਾ ਕਰਨ ਲਈ 4 ਰਾਤਾਂ ਜਾਗਿਆ। ਕਹਿਣ ਲੱਗਾ 4 ਰਾਤਾਂ ਹਿਸਾਬ ਪੂਰਾ ਨਹੀਂ ਹੋਇਆ ਤੇ ਮੈਨੂੰ ਕਿੱਥੋਂ ਨੀਂਦ ਆਵੇ। ਹਾਂਜੀ, ਉਹਦੀ ਪਤਨੀ ਕਹਿਣ ਲੱਗੀ ਹੱਦ ਹੋ ਗਈ, ਇੱਕ ਦਮੜੀ ਵਾਸਤੇ ਤੂੰ ਸਾਰੀ ਰਾਤ ਹੀ ਗੁਜ਼ਾਰਨੇ ਆ ਆਪਣੀ। ਹਾਂਜੀ, ਸਮਝਿਓ ਤੇ ਰਿਸ ਕਰ ਮਾਰੀ। ਹਾਂਜੀ, ਇਮ ਕਹਿ ਦੁਰਤ ਹੋਏ ਦੁਖਿਆਰੀ। ਤੇ ਉਹ ਹੋਰ ਗੁੱਸੇ ਚ ਆਇਆ ਜੀ। ਬਾਬਾ ਜੀ ਕਹਿਣ ਲੱਗੇ ਮਾਤਾ ਜੀ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਜਦੋਂ ਉਹਨੇ ਦੁੱਧ ਘਮਾ ਕੇ ਮਾਰਿਆ ਨਾ ਤੇ ਪਤੀ ਨੇ ਇੱਕ ਹੋਰ ਮਾਰੀ ਉਹਨੂੰ। ਕਹਿਣ ਲੱਗਾ ਉਹ ਬੜਾ ਦੁਖੀ ਹੋਈ ਇਸਤਰੀ। ਹਾਂਜੀ, ਸੁਪਤੀ ਜਾਏ ਨੀਂਦ ਲੈ ਭਾਰੀ। ਤੇ ਉਹ ਰੋਂਦੀ ਹੋਈ ਜਾ ਕੇ ਸੌਂ ਗਈ। ਉਹ ਕਹਿੰਦੀ ਜਾ ਆਪਣੀ ਦਮੜੀ ਨੂੰ ਹੀ ਵੇਖਦਾ ਰਹੇ ਸਾਰੀ ਰਾਤ। ਤੇ ਜਾ ਕੇ ਉਹ ਆਪਣੇ ਆਸਣ ਤੇ ਆਪਣੇ ਪਲੰਘੇ ਤੇ ਜਾ ਬੈਠੀ ਜੀ। ਇਧਰ ਇਕੱਲਾ ਰਹਿ ਗਿਆ ਜੀ ਉਹ ਬਾਣੀਆ। ਹਾਂਜੀ, ਭਾਈ ਕਲਹਿ ਬਨੀਏ ਦੁਖ ਪਾਇਓ। ਜਦੋਂ ਘਰ ਵਿੱਚ ਕਲਾ ਪੈ ਗਈ ਤੇ ਬਾਬਾ ਜੀ ਕਹਿਣ ਲੱਗੇ ਮਾਤਾ ਜੀ ਬਾਣੀਏ ਨੇ ਬੜਾ ਦੁੱਖ ਮਹਿਸੂਸ ਕੀਤਾ ਵੀ ਇਹ ਸਾਡੇ ਘਰ ਕੀ ਬਣ ਗਿਆ। ਹਾਂਜੀ, ਤਜੀ ਵਹੀ ਤਿਹ ਠਾਂ ਸੁਪਤਾਇਓ। ਉਹਨੇ ਵੀ ਵਹੀ ਖਾਤਾ ਇੱਕ ਪਾਸੇ ਰੱਖਿਆ। ਉਹ ਕਹਿਣ ਲੱਗਾ ਨਹੀਂ ਪੂਰੀ ਹੁੰਦੀ ਤੇ ਦਮੜੀ ਨਾ ਹੋਵੇ, ਦੁੱਧ ਵੀ ਹੱਥੋਂ ਗਿਆ। ਉਹ ਇੱਕ ਪਾਸੇ ਵਹੀ ਰੱਖ ਕੇ ਤੋਂ ਵੀ ਸੌਂ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬਾਬਾ ਜੀ ਕਹਿਣ ਲੱਗੇ ਮਾਤਾ ਜੀ ਮੈਂ ਵੇਖਿਆ ਉਹ ਵੀ ਸੌਂ ਗਿਆ ਉੱਥੇ ਹੀ। ਹਾਂਜੀ, ਜਬ ਦੋਨ ਕਹੋ ਸੁਧ ਨ ਰਹੀ। ਤੇ ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ ਤੇ ਮਾਤਾ ਜੀ ਸਾਰੀ ਰਾਤ ਜਾਗੇ ਸਨ। ਮੈਂ ਵੇਖਿਆ ਵੀ ਹੁਣ ਦੋਵਾਂ ਨੂੰ ਕੋਈ ਸੁੱਧ ਨਹੀਂ ਹੈਗੀ, ਦੋਵੇਂ ਗਹਿਰੀ ਨੀਂਦ ਵਿੱਚ ਚਲੇ ਗਏ ਨੇ। ਹਾਂਜੀ, ਦੁਰਿਓ ਏਕ ਥਲ ਮੈਂ ਸਭ ਲਹੀ। ਤੇ ਮੈਂ ਫਿਰ ਵੇਖਿਆ ਇੱਕ ਪਾਸੇ ਜਿੱਥੇ ਉਹਦੀ ਸਾਰੀ ਮਾਇਆ ਪਈ ਸੀਗੀ ਸੰਦੂਕ ਵਿੱਚ। ਹਾਂਜੀ, ਜਾਏ ਚੁਬਾਰੇ ਮਹਿਬਰ ਬਇਓ। ਮੈਂ ਵੀ ਫਿਰ ਜਾ ਕੇ ਚੁਬਾਰੇ ਵਿੱਚ ਜਾ ਕੇ ਵੜ ਗਿਆ ਤੇ ਉਥੋਂ ਚੁਬਾਰੇ ਤੋਂ ਕਰਦਿਆਂ ਉਸ ਕਮਰੇ ਵਿੱਚ ਪਹੁੰਚ ਗਿਆ ਜਿੱਥੇ ਮਾਇਆ ਪਈ ਸੀਗੀ ਜੀ। ਹਾਂਜੀ, ਧਰਿਓ ਸੰਦੂਖ ਨਿਹਾਰਤ ਭਇਓ। ਹਾਂਜੀ, ਕਰ ਥਲ ਕੋ ਬਹੁ ਤੋਰਿਓ ਤਾਰਾ। ਹਾਂਜੀ, ਤਾਂਕੀ ਖੋਲ ਬੀਚ ਕਰ ਡਾਰਾ। ਤੇ ਮਾਤਾ ਜੀ ਮੈਂ ਕੀ ਕੀਤਾ ਭਲਾ। ਮਾਤਾ ਜੀ ਜਦੋਂ ਗਹਿਰੀ ਨੀਂਦ ਚ ਸੁੱਤੇ ਮੈਂ ਵੀ ਜਾ ਕੇ ਫਿਰ ਸੰਦੂਕ ਦਾ ਤਾਲਾ ਤੋੜਿਆ, ਸੰਦੂਕ ਦਾ ਦਰਵਾਜ਼ਾ ਤਾਂ ਚੁੱਕਿਆ। ਹਾਂਜੀ, ਥੈਲੀ ਧਨ ਕੀ ਲਾਗਸ ਹਾਥ। ਲੈ ਕਰ ਮੈਂ ਤੂਰਨ ਸਾਥ। ਮਾਤਾ ਜੀ ਉੱਥੇ ਫਿਰ ਸੰਦੂਕ ਵਿੱਚ ਪਈ ਸੀ ਥੈਲੀ, ਜਿਹੜੀ ਕਾਫੀ ਵੱਡੀ ਥੈਲੀ ਸੀ ਨਾ, ਉਹ ਮੈਂ ਚੁੱਕ ਲਈ ਤੇ ਉਥੋਂ ਫਿਰ ਮੈਂ ਦੌੜ ਹੀ ਪਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਮੈਂ ਪਿੱਛਾ ਭੌਂ ਕੇ ਉਹ ਘਰ ਨਹੀਂ ਵੇਖਿਆ। ਫਿਰ ਉਹ ਕਿਹੜਾ ਘਰ ਬਾਣੀਆ ਕਿਹੜੇ ਵੇਲੇ ਉੱਠਿਆ ਕੀ ਹੋਇਆ, ਮੈਂ ਪਿੱਛਾ ਭੌਂ ਕੇ ਉਹ ਪਾਸਾ ਨਹੀਂ ਵੇਖਿਆ। ਮੈਂ ਤੇ ਬਸ ਸਿੱਧਾ ਹੀ ਫਿਰ ਸਪੀਡ ਫੜ ਲਈ ਉਸ ਘਰ ਵੱਲ ਜੀ ਜਿੱਥੇ ਉਹ ਦੁਖੀ ਬੈਠੇ ਸੀ ਦੋਵੇਂ ਜੀ। ਹਾਂਜੀ, ਨਿਕਸਿਓ ਵਹਿਰ ਗਇਓ ਘਰ ਤਿਨ ਕੇ। ਦੀਰਘ ਦਾਰਿਦ ਹੋਤੋ ਸੋ ਜਿਨ ਕੇ। ਉਹ ਦੁਖੀ ਬੈਠੇ ਸੀ ਜਿਨ੍ਹਾਂ ਦੇ ਘਰ ਵਿੱਚ ਬੜੀ ਦਲਿੱਦਰਤਾ ਸੀ, ਬੜੀ ਗਰੀਬੀ ਸੀ, ਆਪਣੀ ਧੀ ਦੀ ਸ਼ਾਦੀ ਨਹੀਂ ਸੀ ਕਰ ਸਕਦੇ। ਸਾਰੀ ਮਾਇਆ ਲੈ ਕੇ ਮੈਂ ਉੱਥੇ ਗਿਆ। ਹਾਂਜੀ, ਸੁਪਤ ਪਰੇ ਦੰਪਤ ਕੋ ਦੇਖ। ਕਰੇ ਜਰਾਵਨ ਕਰੇ ਜਗਾਵਨ ਦੁਖੀ ਪਰੇਖ। ਉਹ ਤੇ ਸੁੱਤੇ ਪਏ ਸੀ ਮੇਰੇ ਜਾਂਦਿਆਂ ਨੂੰ। ਗੱਜ ਕੇ ਆਖੋ ਵਾਹਿਗੁਰੂ। ਕਿਉਂ ਉਦਣ ਹੁਣ ਬਾਬਾ ਜੀ ਨੇ ਵਿਆਹ ਵਿੱਚੋਂ ਪ੍ਰਸ਼ਾਦਾ ਲਿਆ ਕੇ ਦਿੱਤਾ ਸੀਗਾ ਜੀ। ਹਾਂਜੀ, ਤੇ ਰੱਜ ਕੇ ਉਹਨਾਂ ਪ੍ਰਸ਼ਾਦਾ ਛਕਿਆ ਸੀ ਤੇ ਉਹਨਾਂ ਨੂੰ ਤਾਂ ਨੀਂਦ ਆਈ ਸੀਗੀ ਜੀ। ਮਾਤਾ ਜੀ ਉਹ ਤੇ ਸੁੱਤੇ ਪਏ ਸੀ ਜਾਂਦਿਆਂ ਨੂੰ ਤੇ ਮੈਂ ਫਿਰ ਉਹਨਾਂ ਨੂੰ ਜਗਾਇਆ। ਹਾਂਜੀ, ਸਰਬ ਦਰਬ ਕੋ ਦੇ ਕਰ ਆਇਓ। ਸ਼੍ਰੀ ਅਰਜਨ ਕੋ ਆਨ ਸੁਨਾਇਓ। ਤੇ ਗੱਜ ਕੇ ਆਖੋ ਵਾਹਿਗੁਰੂ। ਮਾਤਾ ਜੀ ਮੈਨੂੰ ਗੁਰੂ ਸਾਹਿਬ ਵੱਲੋਂ ਹੁਕਮ ਸੀ, ਇਹ ਬਾਅਦ ਦੀ ਗੱਲ ਸੀਗੀ ਜੀ, ਗੁਰੂ ਘਰ ਵਿੱਚ ਆਉਣ ਤੋਂ ਬਾਅਦ ਦੀ ਜੀ। ਹਾਂਜੀ, ਮਹਾਰਾਜ ਨੇ ਜੋ ਕਿਹਾ ਵੀ ਅਜੇ ਲੇਖ ਮੈਨੂੰ ਵੇਖ ਰਹੇ ਨੇ ਤੇ ਬਿਧੀ ਚੰਦ ਜੀ ਨਾਮ ਵੀ ਜਪਣਾ, ਜੇ ਇਸ ਤਰੀਕੇ ਨਾਲ ਭਲਾ ਕਰ ਸਕਦੇ ਹੋ ਤੇ ਵੇਖ ਲਓ, ਪਰ ਆਪ ਕੁਝ ਨਹੀਂ ਰੱਖਣਾ। ਕਹਿਣ ਲੱਗੇ ਆਪ ਕੁਝ ਨਹੀਂ ਰੱਖਣਾ। ਮੈਂ ਆਪ ਇੱਕ ਮੋਹਰ ਨਹੀਂ ਰੱਖੀ, ਸਭ ਕੁਝ ਉਹਨਾਂ ਨੂੰ ਦੇ ਦਿੱਤਾ। ਇਹ ਗੱਲ ਆ ਕੇ ਗੁਰੂ ਅਰਜਨ ਸਾਹਿਬ ਨੂੰ ਮੈਂ ਸੁਣਾਈ। ਹਾਂਜੀ, ਗੁਰ ਪ੍ਰਸੰਨ ਮਨ ਸਿਰ ਕਰ ਧਰਿਓ।
ਕਰਿਓ ਲੇਖ ਚੋਰੀ ਅਬ ਹਰਿਓ। ਤੇ ਦੋਵੇਂ ਹੱਥ ਜੋੜੋ, ਹਾਂਜੀ, ਤੇ ਗੱਜ ਕੇ ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ। ਮਾਤਾ ਜੀ, ਜਦੋਂ ਮੈਂ ਜਾ ਕੇ ਦੱਸਿਆ ਗੁਰੂ ਅਰਜਨ ਸਾਹਿਬ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਬਖਸ਼ ਲੋ, ਅੱਜ ਫਿਰ ਉਹੋ ਜਿਹਾ ਕੰਮ ਹੋ ਗਿਆ। ਮੈਂ ਦੱਸਿਆ ਮਹਾਰਾਜ ਕਿਸ ਤਰੀਕੇ ਨਾਲ ਗਰੀਬ ਸੀਗੇ, ਉਹ ਗਰੀਬ ਪਰਿਵਾਰ, ਧੀ ਦਾ ਰਿਸ਼ਤਾ ਹੋਇਆ ਸੀ ਤੇ ਵਿਆਹ ਨਹੀਂ ਸੀ ਕਰ ਸਕਦੇ, ਤੇ ਬਾਣੀਆਂ ਜਿਹਦੇ ਕੋਲ ਮਾਇਆ ਦਾ ਅੰਤ ਕੋਈ ਨਹੀਂ, ਪਰ ਜਿਹੜਾ ਸੂਮ ਸੀਗਾ ਉਹ ਦਮੜੀ ਲਈ ਕਲਪੰਦਿਆ ਸੀ, ਸੌਂ ਗਿਆ ਤੇ ਮੈਂ ਉਹਦੀ ਮਾਇਆ ਲੈ ਕੇ ਤੇ ਉਧਰ ਦੇ ਦਿੱਤੀ ਹੈ। ਗੁਰੂ ਅਰਜਨ ਸਾਹਿਬ ਨੇ ਮੇਰੇ ਸੀਸ ਤੇ ਹੱਥ ਰੱਖ ਕੇ ਆਖਿਆ, ਬਿਧੀ ਚੰਦ, ਉਹ ਜਿਹੜਾ ਲੇਖ ਸੀ ਨਾ ਹੁਣ ਚੋਰੀ ਵਾਲਾ, ਉਹ ਟਲ ਗਿਆ ਤੇਰੇ ਤੋਂ। ਗੱਜ ਕੇ ਆਖੋ ਵਾਹਿਗੁਰੂ। ਉਹ ਟਲ ਗਿਆ, ਹੁਣ ਜੇ ਕਿਤੇ ਲੋੜ ਪਏ ਤੇ ਫੇਰ ਹੀ ਕਰਨਾ, ਹੁਣ ਲੇਖਾ ਚੋਰੀ ਦਾ ਟਲ ਗਿਆ। ਹਾਂਜੀ। ਗੁਰ ਘਰ ਕੇ ਬਹੁ ਕਾਜ ਸੁਧਾਰੈ, ਹਾਂਜੀ। ਆਪ ਤਰੈ ਅਵਰਨ ਕੋ ਤਾਰੈ। ਹੁਣ ਤੇ ਤੁਸੀਂ ਗੁਰੂ ਘਰ ਦੇ ਕਾਰਜ ਵਾਸਤੇ ਤਤਪਰ ਰਹਿਣਾ। ਗੱਜ ਕੇ ਆਖੋ ਵਾਹਿਗੁਰੂ। ਹੁਣ ਤੇ ਗੁਰੂ ਘਰ ਦੇ ਹੀ ਕਾਰਜ ਵਾਸਤੇ ਤਤਪਰ ਰਹਿਣਾ ਹੈ, ਹੁਣ ਇਸ ਪਾਸੇ ਨਹੀਂ ਜਾਣਾ। ਤੇ ਮਾਤਾ ਜੀ, ਜਿਹੜੇ ਕੋੜੇ ਲਿਆਂਦੇ ਉਹ ਗੁਰੂ ਘਰ ਵਾਸਤੇ ਹੀ ਲਿਆਂਦੇ ਨੇ। ਗੱਜ ਕੇ ਆਖੋ ਵਾਹਿਗੁਰੂ। ਨਾਲੇ ਮਾਤਾ ਜੀ, ਹੁਣ ਉਹ ਚੋਰੀ ਨਹੀਂ, ਹੁਣ ਤੇ ਮੈਂ ਦੱਸ ਕੇ ਆਇਆ ਉਹਨਾਂ ਨੂੰ। ਮੈਂ ਦੱਸਿਆ ਵੀ ਆਹ ਕੰਮ 'ਚ ਇੱਥੇ ਚੱਲਾ, ਤੇ ਹਿੰਮਤ ਆ ਗਈ ਤੇ ਰੋਕ ਲਓ। ਹਾਂਜੀ। ਮਾਤਾ ਜੀ ਸੁਣ ਕੇ ਬੜਾ ਖੁਸ਼ ਹੋਏ ਜੀ। ਹਾਂਜੀ। ਸੁਨ ਗੁਰ ਪਤਨੀ ਅਚਰਜ ਲਹਿਓ, ਸਾਧ ਸਾਧ ਵਿਦਿਏ ਕੋ ਕਹਿਓ। ਮਾਤਾ ਜੀ, ਮਾਤਾ ਨਾਨਕੀ ਜੀ ਔਰ ਮਾਤਾ ਜੀ ਮਾਤਾ ਮਰਵਾਹੀ ਜੀ ਬੜੇ ਖੁਸ਼ ਹੋਏ। ਉਹ ਕਹਿਣ ਲੱਗੇ, ਬਿਧੀ ਚੰਦ ਸ਼ਾਬਾਸ਼, ਸ਼ਾਬਾਸ਼, ਤੂੰ ਤੇ ਬੜੇ ਚੰਗੇ ਕੰਮ ਕਰਦਾ, ਕਹਿਣ ਲੱਗੇ। ਹਾਂਜੀ। ਕਿਤਕ ਕਾਲ ਬੈਠਿਓ ਦਰਸਾਇਓ, ਪੁਨ ਉਠ ਕਰ ਨਿਜ ਥਲ ਚਲ ਆਇਓ। ਉਹਦੇ ਤੋਂ ਬਾਅਦ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਉਸ ਥਾਂ ਤੇ ਬੈਠੇ ਸਨ, ਉੱਥੇ ਹੀ ਪ੍ਰਸ਼ਾਦਾ ਆ ਗਿਆ ਤੇ ਮਹਾਰਾਜ ਨੇ ਪ੍ਰਸ਼ਾਦਾ ਛਕਿਆ। ਬਾਬਾ ਬਿਧੀ ਚੰਦ ਜੀ ਆਪਣੇ ਆਸਣ ਵੱਲ ਤੁਰ ਪਏ ਜੀ। ਹਾਂਜੀ। ਖਾਨ ਪਾਨ ਕਰ ਨਿਸਾ ਬਿਤਾਈ, ਜਾਗੇ ਪ੍ਰਭ ਪ੍ਰਭਾਤ ਹੋਏ ਆਈ। ਰਾਤ ਦਾ ਆਰਾਮ ਪਾਣੀ ਕੀਤਾ, ਜਲ ਪਾਣੀ ਪ੍ਰਸ਼ਾਦਾ ਪਾਣੀ ਛਕਿਆ ਤੇ ਫਿਰ ਆਰਾਮ ਕੀਤਾ, ਤੇ ਫਿਰ ਪ੍ਰਭਾਤ ਦਾ ਸਮਾਂ ਹੋ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਪ੍ਰਭਾਤ ਦਾ ਸਮਾਂ ਵਾਹਿਗੁਰੂ ਜੀ ਦੀ ਬੰਦਗੀ ਵਿੱਚ ਜੁੜਨ ਵਾਲਾ ਸਮਾਂ ਜੀ। ਗੱਜ ਕੇ ਆਖੋ ਵਾਹਿਗੁਰੂ। ਬੜੇ ਬੜੇ ਚੰਗੇ ਗੁਰਮੁਖ ਪਿਆਰੇ ਜਿਨ੍ਹਾਂ ਤੇ ਗੁਰੂ ਜੀ ਦੀ ਕਿਰਪਾ, ਫਿਰ ਉਹ ਪ੍ਰਭਾਤ ਦੇ ਸਮੇਂ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਜੀ, ਜੁੜ ਜਾਂਦੇ ਜੀ ਪਰਮੇਸ਼ਰ ਦੇ ਨਾਲ ਜੀ। ਹਾਂਜੀ। ਪ੍ਰਭਾਤ ਦਾ ਸਮਾਂ ਚੜਿਆ, ਧੰਨ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਨੇਮ ਵਿੱਚ ਲੱਗ ਗਏ ਜੀ। ਹਾਂਜੀ। ਸੌਚ ਇਸ਼ਨਾਨ ਠਾਨ ਗੁਰ ਪੂਰੇ, ਬੈਠੇ ਪੁੰਨ ਦੀਵਾਨ ਗਨ ਸੂਰੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸੋਚ ਇਸ਼ਨਾਨ ਕੀਤਾ। ਆਪ ਸੱਚੇ ਪਾਤਸ਼ਾਹ ਫਿਰ ਜਿਹੜਾ ਗੁਰਬਾਣੀ ਦਾ ਪਾਠ ਕਰਦੇ ਸਨ ਮਹਾਰਾਜ ਨੇ ਉਹ ਕੀਤਾ ਜੀ। ਗੱਜ ਕੇ ਆਖੋ ਵਾਹਿਗੁਰੂ। ਮੈਂ ਅੱਗੇ ਵੀ ਬੇਨਤੀ ਕੀਤੀ, ਗੁਰਮੁਖੋ, ਬੋਲ ਕੇ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਸਨ ਤੇ ਬੋਲ ਕੇ ਸੱਚੇ ਪਾਤਸ਼ਾਹ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਸਨ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਜਾਗ ਕੇ ਅੰਮ੍ਰਿਤ ਵੇਲੇ ਸਾਰੀ ਬਾਣੀ ਪੜ੍ਹੀ ਜੀ, ਆਪਣਾ ਨਿਤਨੇਮ ਭਜਨ ਬੰਦਗੀ ਕੀਤਾ, ਫਿਰ ਸੰਗਤ ਵਿੱਚ ਆ ਕੇ ਸੱਜ ਗਏ। ਹਾਂਜੀ। ਇੱਕ ਬਾਲੂ ਸਿੱਖ ਸੇਵਾ ਕਰਿਓ, ਪ੍ਰੇਮ ਪਾਏ ਪੰਕਜ ਕੋ ਪਾਗਿਓ। ਤੇ ਦੋਵੇਂ ਹੱਥ ਜੋੜੋ, ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਉਹ ਤੇ ਬਾਬਾ ਜੀ ਦੇ ਪ੍ਰਸੰਗ ਸਨ ਜੀ, ਕਿਵੇਂ ਕਿਵੇਂ ਬਾਬਾ ਜੀ ਨੇ ਕੀ ਕੀ ਕੀਤਾ। ਹੁਣ ਸੁਣੋ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਰਤਾਰਪੁਰ ਸਾਹਿਬ ਇੱਕ ਸਿੱਖ ਸੀ ਜਿਹਦਾ ਨਾਮ ਸੀ ਬਾਲੂ। ਹਾਂਜੀ। ਭਾਈ ਬਾਲੂ ਜੀ ਉਸ ਸਿੱਖ ਦਾ ਨਾਮ ਸੀਗਾ ਜੀ। ਭਾਈ ਬਾਲੂ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨਾਲ ਬੜਾ ਹੀ ਪ੍ਰੇਮ ਕਰਦੇ ਸਨ, ਬੜਾ ਹੀ ਪਿਆਰ ਕਰਨਾ, ਦਿਨ ਰਾਤ ਤਤਪਰ ਰਹਿਣਾ ਜੀ, ਦਿਨ ਰਾਤ ਜੀ। ਹਾਂਜੀ। ਜਬ ਗੁਰ ਚੜ ਕਰ ਕਿਤਹੂ ਸਿਧਾਵੈ, ਅਗਰ ਤੁਰੰਗਮ ਦੌਰਿਓ ਜਾਵੈ। ਤੇ ਗੱਜ ਕੇ ਆਖੋ ਵਾਹਿਗੁਰੂ। ਭਾਈ ਬਾਲੂ ਜੀ ਨੇ ਨਾ ਜੀ ਸੇਵਾ ਲੱਭਣੀ, ਸੇਵਾ ਵੀ ਮੈਂ ਕਿਹੜੀ ਸੇਵਾ ਕਰਾਂ ਜੀ। ਤੇ ਹੁਣ ਹਾਰੇ ਪਾਸੇ ਸੇਵਾਦਾਰ ਮੌਜੂਦ ਜੀ, ਭਾਂਡਿਆਂ ਵਾਲੇ ਪਾਸੇ ਉਧਰ ਸੇਵਾਦਾਰ ਨੇ, ਤਬੇਲੇ ਵਿੱਚ ਉਧਰ ਸੇਵਾਦਾਰ ਨੇ। ਹਾਂਜੀ।
ਹੁਣ ਸੇਵਾ ਕਰਨੀ ਹੈ ਜੀ ਕੋਈ ਜੀ। ਗੁਰਮੁਖੋ, ਜਿਨ੍ਹਾਂ ਦੇ ਅੰਦਰ ਸੇਵਾ ਕਰਨ ਦਾ ਚਾਅ ਹੁੰਦਾ ਜੀ, ਉਹ ਫਿਰ ਇਹ ਨਹੀਂ ਵੇਖਦੇ ਵੀ ਮੈਨੂੰ ਕੋਈ ਆਖੇ ਤੇ ਮੈਂ ਕਰਾਂ ਜੀ। ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਹ ਲੱਗ ਪੈਂਦੇ ਜੀ। ਬੜੇ ਧਿਆਨ ਨਾਲ ਸੁਣਿਓ, ਕਈ ਬੰਦੇ ਵੇਖਦੇ ਹੀ ਰਹਿੰਦੇ ਜੀ ਵੀ ਸਾਨੂੰ ਕੋਈ ਆਖੇ ਤੇ ਆਪਾਂ ਤਾਂ ਸੇਵਾ ਕਰਨੀ ਜੀ। ਹਾਂਜੀ, ਜਾਂ ਇਹ ਬਹਾਨਾ ਬੜਾ ਹੁੰਦਾ ਵੀ ਸਾਰੇ ਕੰਮ ਕਰਨ ਦੇ, ਕੋਈ ਸੇਵਾ ਹੀ ਨਹੀਂ ਹੈਗੀ ਜੀ। ਭਾਈ ਬਾਲੂ ਜੀ ਦੇ ਅੰਦਰ ਸੇਵਾ ਕਰਨ ਦਾ ਬੜਾ ਚਾਅ ਸੀ, ਬੜਾ ਚਾਅ ਸੀ। ਉਹਨਾਂ ਆਪੇ ਹੀ ਇੱਕ ਸੇਵਾ ਲੱਭ ਲਈ। ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਹ ਕੀ, ਅਗਰ ਤੁਰੰਗਮ ਦੌੜਿਓ ਜਾਵੇ, ਸਾਧ ਸੰਗਤ ਜੀ, ਜਬ ਗੁਰ ਚੜ੍ਹ ਕਰ ਕਿਤੋਂ ਸਿਧਾਵੇ। ਉਹਨੇ ਵੇਖਣਾ ਸੇਵਾਦਾਰ ਸਾਰੀਆਂ ਸੇਵਾਵਾਂ ਤੇ ਤੈਨਾਤ ਨੇ, ਤੇ ਮੈਂ ਕਿਹੜੀ ਸੇਵਾ ਕਰਾਂ। ਤੇ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਘੋੜੇ ਤੇ ਚੜ੍ਹ ਕੇ ਇੱਧਰ ਉੱਧਰ ਜਾਣਾ, ਜੀਵਾਂ ਦਾ ਭਲਾ ਕਰਨਾ, ਤੇ ਉਹਨੇ ਸੇਵਾ ਆਪਣੀ ਕੀ ਰੱਖੀ ਜੀ, ਵੀ ਮੈਂ ਸੱਚੇ ਪਾਤਸ਼ਾਹ ਦੇ ਘੋੜੇ ਦੇ ਨਾਲ ਹੀ ਭੱਜੇ ਜਾਣਾ ਜੀ। ਅੱਜ ਕੇ ਆਖੋ ਵਾਹਿਗੁਰੂ। ਕਿਤੇ ਤੇ ਮਹਾਰਾਜ ਆਵਾਜ਼ ਮਾਰਨਗੇ ਨਾ ਮੈਨੂੰ, ਕਿਤੇ ਨਾ ਕਿਤੇ ਕਹਿਣਗੇ ਵੀ ਜਲ ਛਕਣਾ ਕੁਝ ਕਰਨਾ, ਤੇ ਮੈਂ ਭੱਜ ਕੇ ਉਸ ਸਮੇਂ ਸੇਵਾ ਕਰਾਂਗਾ ਜੀ। ਹਾਂਜੀ, ਗੁਰੂ ਸਾਹਿਬ ਦੇ ਘੋੜੇ ਇੰਨੇ ਇੰਨੇ ਬਲੀ ਸਨ ਜੀ। ਘੋੜਿਆਂ ਦੇ ਨਾਲ ਭੱਜਣਾ ਕੋਈ ਆਮ ਗੱਲ ਨਹੀਂ ਸੀ ਹੈਗੀ ਜੀ, ਸਧਾਰਨ ਗੱਲ ਨਹੀਂ ਸੀ। ਭਾਈ ਬਾਲੂ ਜੀ ਨੂੰ ਸੇਵਾ ਕਰਨ ਦਾ ਚਾਅ ਹੀ ਇੰਨਾ ਜੀ। ਭਾਈ ਬਾਲੂ ਜੀ ਨੇ ਵਿਚਾਰ ਕੀਤੀ ਵੀ ਜੇ ਕੋਈ ਨਹੀਂ ਦੱਸਦਾ ਤੇ ਨਾ ਦੱਸੇ। ਭਾਈ ਬਾਲੂ ਜੀ ਆਪੇ ਹੀ ਘੋੜੇ ਦੇ ਨਾਲ ਭੱਜਣ ਲੱਗ ਪਏ ਜੀ। ਜਿੱਧਰ ਜਿੱਧਰ ਜਾਣਾ ਘੋੜੇ ਦੇ ਨਾਲ ਨਾਲ ਭੱਜੀ ਜਾਣਾ ਜੀ। ਹਾਂਜੀ, ਖੇਦ ਨਾ ਮਾਨੈ ਦੂਰ ਸਿਧਾਰੈ, ਜਾਏ ਤਹਾਂ ਗੁਰ ਜਹਾਂ ਪਧਾਰੈ। ਗੁਰਮੁਖੋ, ਦੁੱਖ ਨਹੀਂ ਸੀ ਮੰਨਦੇ ਹੁੰਦੇ। ਆਮ ਬੰਦੇ ਵਾਸਤੇ ਤੇ ਤੁਰਨਾ ਹੀ ਬੜਾ ਮੁਸ਼ਕਲ ਹੈ, ਤੇ ਭੱਜਣ ਦੀ ਤੇ ਗੱਲ ਹੀ ਬੜੀ ਦੂਰ ਦੀ ਜੀ। ਪਰ ਭਾਈ ਬਾਲੂ ਜੀ ਨੇ ਭੱਜਦੇ ਹੀ ਜਾਣਾ ਜੀ, ਘੋੜੇ ਦੇ ਨਾਲ ਭੱਜਦੇ ਜਾਣਾ। ਮਹਾਰਾਜ ਨੇ ਸੱਜੇ ਹੋਣਾ ਚਿੱਟੇ ਘੋੜੇ ਤੇ ਭਾਈ ਬਾਲੂ ਜੀ ਨੇ ਨਾਲ ਹੀ ਭੱਜੇ ਜਾਣਾ, ਨਾਲ ਹੀ ਭੱਜੇ ਜਾਣਾ। ਜਿੱਥੇ ਘੋੜਾ ਰੁਕਦਾ ਸੀ ਉੱਥੇ ਜਾ ਕੇ ਭਾਈ ਬਾਲੂ ਜੀ ਰੁਕਦੇ ਸੀਗੇ ਜੀ। ਜਿੱਥੇ ਜਾ ਕੇ ਸੱਚੇ ਪਾਤਸ਼ਾਹ ਨੇ ਸੱਜਣਾ, ਉੱਥੇ ਜਾ ਕੇ ਭਾਈ ਬਾਲੂ ਜੀ ਨੇ ਹੱਥ ਜੋੜ ਕੇ ਅੱਗੇ ਖਲੋ ਜਾਣਾ। ਹਾਂਜੀ, ਸ਼੍ਰੀ ਹਰਗੋਬਿੰਦ ਕੋ ਮੁਖ ਹੀਰੈ, ਹਸਹਿ ਅਧਿਕ ਹੋਏ ਖੁਸ਼ੀ ਕਨੇਰੈ। ਤੇ ਦੋਵੇਂ ਹੱਥ ਜੋੜੋ ਤੇ ਗੱਜ ਕੇ ਆਖੋ ਵਾਹਿਗੁਰੂ। ਇੱਥੇ ਜਦੋਂ ਸੰਗਤ ਹੱਥ ਜੋੜ ਕੇ ਆ ਕੇ ਨਮਸਕਾਰ ਕਰਦੀ ਹੈ, ਤੇ ਮੈਂ ਕਈ ਵਾਰੀ ਜਦੋਂ ਮੌਕਾ ਮਿਲਦਾ ਤਾਬਿਆ ਬੈਠਣ ਦਾ, ਤੇ ਕਈ ਵਾਰੀ ਆਏ ਹੋਏ ਪ੍ਰੇਮੀ ਦਾ ਚਿਹਰਾ ਵੇਖੀਦਾ ਨਾ ਜੀ, ਤੇ ਦਰਸ਼ਨ ਕਰਨ ਦਾ ਵੀ ਬਹੁਤ ਸਾਰੇ ਪ੍ਰੇਮੀਆਂ ਦਾ ਆਪੋ ਆਪਣਾ ਹੀ ਤਰੀਕਾ ਜੀ। ਕਈਆਂ ਤੈਂ ਹੱਥ ਜੋੜ ਕੇ ਖਲੋ ਜਾਣਾ ਤੇ ਅੱਖਾਂ ਬੰਦ ਕਰਨੀਆਂ ਜੀ। ਹਾਂਜੀ, ਤੇ ਕਈ ਮਹਾਰਾਜ ਦੇ ਦਰਸ਼ਨ ਬੜੇ ਖੁਸ਼ੀ ਨਾਲ ਕਰਦੇ ਜੀ, ਬੜੀ ਖੁਸ਼ੀ ਨਾਲ ਕਰਦੇ। ਮਹਾਰਾਜ ਵੱਲ ਵੇਖ ਕੇ ਖੁਸ਼ ਹੁੰਦੇ ਜੀ, ਖੁਸ਼ ਜੀ ਉਹ। ਹਾਂਜੀ, ਕਈਆਂ ਦੀਆਂ ਅੱਖਾਂ ਬੰਦ ਹੁੰਦੀਆਂ ਜੀ, ਹੱਥ ਜੁੜੇ ਹੁੰਦੇ ਜੀ, ਤੇ ਉਹ ਮੁਸਕਰਾਉਂਦੇ ਹੁੰਦੇ ਜੀ ਸਾਹਮਣੇ ਆ ਕੇ, ਜਿਵੇਂ ਅੰਦਰੋਂ ਗੱਲਾਂ ਕਰਨ ਦੇ ਹੁੰਦੇ ਮਹਾਰਾਜ ਨਾਲ ਜੀ। ਭਾਈ ਬਾਲੂ ਜੀ ਜਿੱਥੇ ਗੁਰੂ ਸਾਹਿਬ ਨੇ ਜਾਣਾ, ਉੱਥੇ ਉੱਥੇ ਨਾਲ ਹੀ ਤੁਰੇ ਜਾਣਾ, ਤੇ ਜਿੱਥੇ ਜਾ ਕੇ ਸੱਜ ਜਾਣਾ, ਹੱਥ ਜੋੜ ਕੇ ਮਹਾਰਾਜ ਦੇ ਸਾਹਮਣੇ ਖਲੋ ਕੇ ਮਹਾਰਾਜ ਦੇ ਦਰਸ਼ਨ ਕਰ ਕਰਕੇ ਖੁਸ਼ ਹੋਣਾ ਜੀ। ਉਹਨਾਂ ਨੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹੱਸਣਾ ਮਹਾਰਾਜ ਦੇ ਚਿਹਰੇ ਵੱਲ ਵੇਖ ਕੇ, ਖੁਸ਼ੀ ਵਾਲਾ ਜੀ। ਹਾਂਜੀ, ਬੜੇ ਖੁਸ਼ ਹੋਣਾ, ਬੜੀ ਖੁਸ਼ੀ ਕਰਨੀ ਮਹਾਰਾਜ ਦੇ ਦਰਸ਼ਨ ਕਰਕੇ। ਹਾਂਜੀ, ਬੈਠਤ ਚਲਤ ਸਮੁਖ ਜਬ ਹੋਏ, ਹਸਤ ਬਦਨ ਤੇ ਹਰਖਤ ਸੋਏ। ਤੇ ਜਦੋਂ ਮਹਾਰਾਜ ਦੇ ਲਾਗੇ ਬੈਠਣਾ ਉਦੋਂ ਵੀ ਖੁਸ਼ ਹੋਣਾ। ਤੇ ਗੁਰਮੁਖੋ, ਜਦੋਂ ਕਦੀ ਕਦੀ ਗੁਰੂ ਹਰਗੋਬਿੰਦ ਸਾਹਿਬ ਨਾਲ ਬਚਨ ਕਰਨ ਦਾ ਸਮਾਂ ਮਿਲਦਾ, ਗੱਜ ਕੇ ਆਖੋ ਵਾਹਿਗੁਰੂ। ਬਚਨ ਕਰਨ ਦਾ ਰੋਜ਼ ਰੋਜ਼ ਸਮਾਂ ਨਹੀਂ ਸੀ ਮਿਲਦਾ ਹੁੰਦਾ ਸਿੱਖਾਂ ਨੂੰ, ਕਦੀ ਕਦੀ ਮਿਲਦਾ ਹੁੰਦਾ ਸੀਗਾ ਜੀ। ਹਾਂਜੀ, ਉਹ ਬਚਨ ਜ਼ਿਆਦਾ ਕਰਦੇ ਸਨ ਜਿਹੜੇ ਬਹੁਤੇ ਨਜ਼ਦੀਕੀ ਸਨ ਜੀ। ਭਾਈ ਬਾਲੂ ਜੀ ਦੀ ਗੁਰੂ ਜੀ ਪ੍ਰੀਖਿਆ ਵੀ ਲੈਂਦੇ ਹੁੰਦੇ ਸੀ ਵੀ ਇਹ ਸਿੱਖ ਕਿੰਨਾ ਕੁ ਸਿਦਕ ਵਾਲਾ, ਜੇ ਆਪਾਂ ਇਹਦੇ ਨਾਲ ਨਾ ਗੱਲ ਕਰੀਏ ਤੇ ਭੱਜ ਨਹੀਂ ਜਾਏਗਾ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ, ਸਾਹਮਣੇ 1 ਘੰਟਾ ਬੰਦਾ ਬੈਠਾ ਰਵੇ ਜੀ, 1 ਘੰਟਾ ਜੀ, ਤੇ ਮੈਂ ਜਾਂ ਕੋਈ ਵੀ ਗੁਰੂ ਕਾ ਪਿਆਰਾ, ਕੋਈ ਵੀ ਗੁਰਮੁਖ ਪ੍ਰੇਮੀ, ਕੋਈ ਵੀ ਸੰਗਤ ਦਾ ਪ੍ਰੇਮੀ, ਜਾਂ ਕੋਈ ਆਮ ਕੋਈ ਵੀ ਹੋਵੇ ਸੰਗਤ ਜੀ, ਆਪਾਂ ਜਦੋਂ ਉਹਦੇ ਨਾਲ ਗੱਲ ਨਹੀਂ ਨਾ ਕਰਾਂਗੇ, ਉਹਨੂੰ ਗੁੱਸਾ ਚੜੇਗਾ ਜੀ। ਉਹ ਕਹੇਗਾ ਹੱਦ ਹੋ ਗਈ, ਅਸੀਂ ਇਹਨੂੰ ਮਿਲਣ ਆਏ ਆ,
ਇਹ ਸਾਡੇ ਨਾਲ ਗੱਲ ਹੀ ਨਹੀਂ ਕਰਨ ਦਿਆ, ਇਹਨੂੰ ਪਤਾ ਹੀ ਨਹੀਂ ਹੈਗਾ ਵੀ ਕੋਈ ਮਿਲਣ ਆਇਆ। ਹਾਂਜੀ, ਗੁਰੂ ਸਾਹਿਬ ਇਹਨਾਂ ਦੀ ਚੈੱਕ ਕਰਦੇ ਹੁੰਦੇ ਸੀ ਸਿੱਖਾਂ ਨੂੰ ਜੀ। ਮਹਾਰਾਜ ਨੇ ਹਫਤਾ ਉਹਦੇ ਨਾਲ ਗੱਲ ਨਾ ਜੀ ਕਰਨੀ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਪਰ ਭਾਈ ਬਾਲੂ ਜੀ ਨੇ ਮਹਾਰਾਜ ਦੇ ਦਰਸ਼ਨ ਕਰਕੇ ਬੜਾ ਖੁਸ਼ ਹੋਣਾ ਜੀ, ਬੜੇ ਖੁਸ਼ ਹੋਣਾ ਜੀ। ਤੇ ਸੰਗਤ ਜੀ, ਜਦੋਂ ਕਿਤੇ ਮਹਾਰਾਜ ਨੇ ਬਚਨ ਕਰਨਾ ਨਾ ਭਾਈ ਬਾਲੂ ਜੀ ਦੇ ਨਾਲ, ਤੇ ਭਾਈ ਬਾਲੂ ਜੀ ਦੀ ਖੁਸ਼ੀ ਦਾ ਅੰਤ ਨਹੀਂ ਹੁੰਦਾ ਜੀ। ਬੜਾ ਖੁਸ਼ ਹੋਣਾ ਉਸ ਦਿਨ, ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਨੇ ਇੰਨਾ ਹੀ ਪੁੱਛਣਾ ਵੀ ਬਾਲੂ ਤੇਰਾ ਕੀ ਹਾਲ ਹੈ। ਗੱਜ ਕੇ ਆਖੋ ਵਾਹਿਗੁਰੂ। ਤੇ ਭਾਈ ਬਾਲੂ ਜੀ ਨੇ ਇੰਨੇ ਵਿੱਚ ਹੀ ਖੁਸ਼ੀ 'ਚ ਨਹੀਂ ਸਮਾਉਣਾ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਮੇਰਾ ਹਾਲ ਪੁੱਛ ਲਿਆ ਜੀ। ਹਾਂਜੀ, ਇੰਨੇ 'ਚ ਨਹੀਂ ਖੁਸ਼ੀ 'ਚ ਸਮਾਉਣਾ। ਹਾਂਜੀ, ਧਰਿਓ ਨਾਮ ਤਬ ਗੁਰ ਨਿਜ ਰਸਨਾ। ਹਰ ਵਕਤ ਹੱਸਦੇ ਹੀ ਰਹਿਣਾ ਜੀ ਭਾਈ ਬਾਲੂ ਜੀ ਨੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਫੇਰ ਗੱਜ ਕੇ ਆਖੋ ਵਾਹਿਗੁਰੂ। ਇਹ ਵੀ ਬੰਦਿਆਂ ਦੇ ਸੁਭਾਅ ਹੁੰਦੇ ਜੀ। ਹਾਂਜੀ, ਹਰ ਵਕਤ ਹੱਸਦੇ ਰਹਿਣਾ ਜੀ। ਕਈ ਤੇ ਗੁਰਮੁਖੋ ਉਹਨਾਂ ਦਾ ਸੁਭਾਅ ਐਸਾ ਬਣਿਆ ਹੁੰਦਾ ਜੀ, ਉਹ ਕਿਸੇ ਸ਼ੋਕ ਸਮਾਗਮ 'ਚ ਜਾਣ ਜਾਂ ਕਿਸੇ ਨਾਲ ਹਿਰਖ ਕਰਨ ਜਾਣ ਤੇ ਉੱਥੇ ਵੀ ਹੱਸ ਪੈਂਦੇ ਜੀ ਉਹ ਜੀ। ਹਾਂਜੀ, ਸੁਭਾਅ ਜੋ ਬਣਿਆ ਹੁੰਦਾ ਹੱਸਣ ਦਾ ਜੀ, ਉੱਥੇ ਵੀ ਹੱਸ ਪੈਂਦੇ ਜੀ, ਉਹ ਉੱਥੇ ਵੀ ਹੱਸ ਪੈਂਦੇ। ਹਾਂਜੀ, ਤੇ ਕਈਆਂ ਦਾ ਸੁਭਾਅ ਹੀ ਦੂਜਾ ਬਣਿਆ ਹੁੰਦਾ ਜੀ, ਹਰ ਵਕਤ ਸੁਸਤ ਰਹਿਣ ਦਾ ਜੀ। ਹਾਂਜੀ, ਉਹ ਹਰ ਥਾਂ ਤੇ ਸੁਸਤੀ ਜੀ। ਭਾਈ ਬਾਲੂ ਜੀ ਨੇ ਹੱਸਦੇ ਹੀ ਰਹਿਣਾ ਜੀ, ਨਾਲ ਨਾਲ ਘੋੜੇ ਤੇ ਭੱਜਣਾ। ਜਿਸ ਦਿਨ ਗੱਲ ਹੋਣੀ ਉਹ ਦਿਨ ਬੜੇ ਖੁਸ਼ ਹੋਣਾ, ਹੱਸਦੇ ਹੀ ਰਹਿਣਾ ਜੀ। ਤੇ ਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਰਸਨਾ ਤੋਂ ਭਾਈ ਬਾਲੂ ਜੀ ਦਾ ਫਿਰ ਨਾਮ ਰੱਖਿਆ ਜੀ। ਹਾਂਜੀ, ਭਾਇਓ ਆਜ ਤੇ ਬਾਲੂ ਹਸਨਾ। ਅੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਭਾਈ ਬਾਲੂ, ਤੁਸੀਂ ਹਰ ਵਕਤ ਹੀ ਹੱਸਦੇ ਹੀ ਰਹਿੰਦੇ ਹੋ, ਹੱਸਦੇ ਰਹਿੰਦੇ ਹੋ। ਅੱਜ ਤੋਂ ਬਾਅਦ ਤੁਹਾਡਾ ਨਾਮ ਬਾਲੂ ਹਸਨਾ ਹੀ ਹੋਇਆ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਲੋਕ ਤੁਹਾਨੂੰ ਬਾਲੂ ਹਸਨਾ ਆਖਿਆ ਕਰਨਗੇ। ਤੇ ਗੁਰਮੁਖੋ, ਜਿਹਨੂੰ ਗੁਰੂ ਸਾਹਿਬ ਨੇ ਹਸਨਾ ਕਹਿ ਦਿੱਤਾ, ਸਮਝੋ ਉਹਦੀ ਜ਼ਿੰਦਗੀ 'ਚ ਰੋਣਾ ਦੂਰ ਹੀ ਹੋ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਜਿਹਦਾ ਨਾਮ ਹੀ ਮਹਾਰਾਜ ਨੇ ਹਸਣਾ ਪਾ ਦਿੱਤਾ, ਉੱਥੇ ਰੋਣਾ ਕਿੱਥੋਂ ਜੀ? ਫਿਰ ਉੱਥੇ ਤੇ ਖੁਸ਼ੀ ਖੁਸ਼ੀ ਦੀ। ਮਹਾਰਾਜ ਕਹਿਣ ਲੱਗੇ ਭਾਈ ਬਾਲੂ, ਅੱਜ ਤੋਂ ਬਾਅਦ ਤੁਹਾਡਾ ਨਾਮ ਹੀ ਹਸਣਾ ਕਹਿਣ ਲੱਗੇ। ਹੱਸਦੇ ਬਹੁਤ ਚੇ ਤੁਹਾਨੂੰ ਸਿੱਖ ਭਾਈ ਬਾਲੂ ਹਸਣਾ ਆਖਿਆ ਕਰਨਗੇ। ਹਾਂਜੀ, ਤਿਸ ਦਿਨ ਤੇ ਤਿਸ ਕੋ ਗੁਰ ਕਹੋ, ਅਬ ਗੁਰ ਦਿੱਤੇ ਕੇ ਸੰਗ ਰਹੋ। ਹਾਂਜੀ, ਮਾਨਿਓ ਬਾਕ ਪ੍ਰੇਮ ਮਨ ਰੰਗ, ਰਹਿਣ ਲਾਗਿਓ ਗੁਰ ਨੰਦਨ ਸੰਗ। ਤੇ ਗੁਰਮੁਖੋ, ਉਸ ਦਿਨ ਤੋਂ ਬਾਅਦ ਭਾਈ ਬਾਲੂ ਹਸਨਾ ਜੀ ਨੂੰ ਮਹਾਰਾਜ ਕਹਿਣ ਲੱਗੇ, ਅੱਜ ਤੋਂ ਬਾਅਦ ਤੁਸੀਂ ਗੁਰਦਿੱਤਾ ਜੀ ਦੇ ਨਾਲ ਰਹਿਣਾ ਜੀ। ਅੱਜ ਕੇ ਆਖੋ ਵਾਹਿਗੁਰੂ। ਜੈਸਾ ਬੰਦੇ ਦਾ ਕੰਮ ਹੋਵੇ ਨਾ ਜੀ ਸੰਗਤ ਜੀ, ਵੈਸੀ ਬੰਦੇ ਦੀ ਪਛਾਣ ਬਣ ਜਾਂਦੀ ਜੀ। ਜੈਸਾ ਕੰਮ ਹੋਵੇ ਵੈਸੀ ਪਛਾਣ ਬਣ ਜਾਂਦੀ ਜੀ। ਹਾਂਜੀ, ਗੁਰਮੁਖ ਪਿਆਰੇ ਦੱਸਦੇ ਆ, ਅਭਿਆਸੀ ਸਿੱਖ ਨੇ ਜਿਹੜੇ ਟਕਸਾਲ 'ਚ ਇੱਕ ਸਿੰਘ ਬੜਾ ਅਭਿਆਸ ਕਰਦਾ ਹੁੰਦਾ ਹੈਗਾ ਜੀ। ਹਾਂਜੀ, ਤੇ ਸੰਗਤ ਨੇ ਉਹਦਾ ਨਾਮ ਹੀ ਅਭਿਆਸੀ ਪਾ ਦਿੱਤਾ ਜੀ। ਹਾਂਜੀ, ਇੱਕ ਸਿੰਘ ਸੁਧਾਈ ਬੜੀ ਰੱਖਦਾ ਹੁੰਦਾ ਹੈਗਾ ਜੀ। ਹਾਂਜੀ, ਉਹਦਾ ਤੇ ਸੁਭਾਅ ਇਹੋ ਜਿਹਾ ਸੀ ਵੀ ਆ ਜਿਹੜਾ ਸੰਗਤ ਮਾਇਆ ਦਿੰਦੀ ਨਾ ਜੀ, ਉਹਨਾਂ ਨੂੰ ਵੀ ਨੋਟਾਂ ਨੂੰ ਧੋ ਧੋ ਰੱਖਣਾ ਨਹੀਂ ਉਹਨੇ ਜੀ। ਹਾਂਜੀ, ਇੰਨੀ ਸਦਾਈ ਰੱਖਣੀ ਜੀ। ਤੇ ਸਿੰਘਾਂ ਨੇ ਫਿਰ ਨਾਮ ਉਹਦਾ ਸੋਧੀ ਪਾ ਦਿੱਤਾ ਜੀ। ਅੱਜ ਕੇ ਆਖੋ ਵਾਹਿਗੁਰੂ ਵੀ ਇਹ ਸੋਧੀ ਹੈ ਜੀ। ਹਾਂਜੀ, ਜਿਹੋ ਜੇ ਬੰਦਾ ਕੰਮ ਕਰਦਾ ਉਹ ਜਿਹੀ ਨਾਮ ਪੈ ਜਾਂਦੇ ਜੀ। ਤੇ ਜਿਹੜਾ ਰੋਂਦਾ ਰਵੇ, ਤੁਸੀਂ ਆਮ ਹੀ ਦੁਨੀਆ 'ਚ ਸੁਣਦੇ ਹੋ, ਲੋਕ ਕਹਿੰਦੇ ਉਹਦੇ ਕੋਲ ਕੀ ਜਾਣਾ, ਉਹ ਤੇ ਰੋਂਦਾ ਹੀ ਰਹਿੰਦਾ। ਅੱਜ ਕੇ ਆਖੋ ਵਾਹਿਗੁਰੂ। ਪਛਾਣ ਬਣ ਜਾਂਦੀ ਜੀ, ਉਹ ਤੇ ਰੋਂਦਾ ਹੀ ਰਹਿੰਦਾ, ਛੱਡੋ ਪਰਾਂ। ਹਾਂਜੀ, ਤੇ ਜਿਹੜਾ ਹਮੇਸ਼ਾ ਕੋਈ ਨਾ ਕੋਈ ਗੱਲ ਆਪਣੀ ਬਿਮਾਰੀ ਦੀ ਸੁਣਾਈ ਜਾਵੇ, ਲੋਕ ਕਹਿੰਦੇ ਛੱਡੋ ਪਰਾਂ, ਉਹਦੇ ਕੋਲੋਂ ਕੀ ਜਾਣਾ, ਉਹਨੇ ਤੇ ਦੁੱਖ ਹੀ ਅੱਗੇ ਰੱਖਿਆ ਜੀ ਹਮੇਸ਼ਾ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਬਾਲੂ ਜੀ ਰਹਿੰਦੇ ਸਨ ਹੱਸਦੇ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਬਾਲੂ ਜੀ ਤੁਹਾਡਾ ਨਾਮ ਹੀ ਬਾਲੂ ਹਸਣਾ ਹੀ ਹੋਇਆ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਕਰਨ ਕਿਰਪਾ ਤੇ ਸਾਨੂੰ ਵੀ ਖੁਸ਼ੀਆਂ ਵਾਲੇ ਸਮਾਂ ਬਖਸ਼ਿਸ਼ ਕਰਨ ਤੇ ਸਾਡੀ ਜ਼ਿੰਦਗੀ ਵਿੱਚ ਵੀ ਹਾਸੇ ਹੀ ਲਿਖ ਦੇਣ ਜੀ। ਗੱਜ ਕੇ ਆਖੋ ਵਾਹਿਗੁਰੂ। ਭਜਨ ਬੰਦਗੀ ਸਿਮਰਨ ਸੇਵਾ ਵੀ ਬਖਸ਼ਣ
ਤੇ ਨਾਲ ਨਾਲ ਇਹ ਵੀ ਬਖਸ਼ਣ ਜੀ। ਸਾਹਮਣੇ ਬੈਠੇ ਪ੍ਰੇਮੀ ਜੀ, ਬਾਬਾ ਜੀ ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ, ਇਹਨਾਂ ਉਹਨਾਂ ਦੀ ਸੰਗਤ ਕੀਤੀ। ਸਾਰੀ ਦਿਹਾੜੀ ਕਥਾ ਕੀਰਤਨ ਨਾਮ ਸਿਮਰਨ ਸਤਸੰਗ ਜੀ। ਹਾਂਜੀ, ਤੇ ਸ਼ਾਮ ਨੂੰ ਅੱਧਾ ਕੁ ਘੰਟਾ ਉਹ ਦਿਹਾਤੀ ਪ੍ਰੋਗਰਾਮ ਰੱਖਦੇ ਹੁੰਦੇ ਸੀਗੇ ਜੀ। ਅੱਜ ਕੇ ਆਖੋ ਵਾਹਿਗੁਰੂ। ਦਿਹਾਤੀ ਦਾ ਮਤਲਬ ਇਹ ਹੀ ਵੀ ਉਹ ਕਹਿੰਦੇ ਵੀ ਹੁਣ ਹੱਸ ਖੇਡ ਲਓ, ਜਿੰਨਾ ਖੇਡਣਾ ਕਹਿਣ ਲੱਗੇ ਹੱਸ ਖੇਡ ਲਓ। ਹਾਂਜੀ, ਇਹ ਵੀ ਜ਼ਰੂਰੀ ਹੈ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਵੀ ਤੂੰ ਸਾਡਾ ਹੱਸਣਾ ਸਿੱਖਾਂ, ਕਹਿਣ ਲੱਗੇ ਹੱਸਣਾ। ਸਵੇਰੇ ਤੋਂ ਅੱਗੇ ਜਿਹੜਾ ਪ੍ਰਸੰਗ ਹੈ ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੁਣ ਕਰੋ ਨੇਤਰ ਬੰਦ ਤੇ 2 ਮਿੰਟ ਰਹਿ ਗਏ ਜੀ। ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਅਭਿਆਸ ਕਰਕੇ, ਸ਼ਬਦ ਦਾ ਜਾਪ ਕਰਕੇ ਫਿਰ ਆਪਾਂ ਖਿਮਾ ਮੰਗਾਂਗੇ। ਨੇਤਰ ਕਰੋ ਦੋਵੇਂ ਬੰਦ ਤੇ ਹੋਵੋ ਸਾਵਧਾਨ। ਸਾਵਧਾਨ ਹੋ ਕੇ ਬੈਠੋ, ਕੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਆਖੋ ਮਹਾਰਾਜ ਭਾਈ ਬਾਲੂ ਜੀ ਦਾ ਕਿੰਨਾ ਪ੍ਰੇਮ ਹੋਏਗਾ ਤੁਹਾਡੇ ਨਾਲ ਜੀ। ਹਾਂਜੀ, ਨਹੀਂ ਕੋਈ ਸੇਵਾ ਲੱਭੀ ਤੇ ਘੋੜੇ ਨਾਲ ਹੀ ਭਜਣਾ ਸ਼ੁਰੂ ਕਰ ਦਿੱਤਾ ਜੀ ਵੀ ਮਹਾਰਾਜ ਦੇ ਦਰਸ਼ਨ ਤੇ ਮਿਲਣਗੇ ਘੱਟੋ ਘੱਟ। ਹਾਂਜੀ, ਮਹਾਰਾਜ ਦੇ ਨਾਲ ਬੈਠਾਂਗਾ, ਕੋਈ ਗੱਲਬਾਤ ਹੋਏਗੀ। ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰੋ, ਦਇਆ ਦ੍ਰਿਸ਼ਟੀ ਕਰੋ, ਨਾਮ ਜਪ ਸਕੀਏ, ਬਾਣੀ ਪੜ੍ਹ ਸਕੀਏ, ਤੁਹਾਡੇ ਘਰ ਦੀ ਸੇਵਾ ਕਰ ਸਕੀਏ। ਐਸਾ ਬਲ ਸਾਨੂੰ ਬਖਸ਼ਿਸ਼ ਕਰੋ। ਬੜੇ ਪ੍ਰੇਮ ਦੇ ਨਾਲ ਦੋਵੇਂ ਨੇਤਰ ਕਰੋ ਬੰਦ ਤੇ ਰਸਨਾ ਤੋਂ ਉਚਾਰਨ ਕਰੋ ਜੀ। ਵਾਹਿਗੁਰੂ 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 ਵਾਹਿਗੁਰੂ। ਗੁਰਮੁਖੋ ਰਸਨਾ ਨਾਮ ਜਪਣ ਲਈ ਮਿਲੀ ਹੈ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਕਰੋਂ ਜਾਏਗੀ ਜਦੋਂ ਰਸਨਾ ਬੋਲੇਗੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ। ਸੱਚੇ ਪਾਤਸ਼ਾਹ ਕਿਰਪਾ ਕਰਨ, ਦਇਆ ਕਰਨ, ਮਿਹਰ ਕਰਨ ਜੀ। ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਅਗਲਾ ਇਤਿਹਾਸ, ਇਹ ਤਾਂ ਵੈਸੇ ਬਾਬਾ ਜੀ ਦੇ ਆਪਣੀਆਂ ਗੱਲਾਂ ਸੁਣੀਆਂ ਨਾ ਜੀ ਤੁਸੀਂ, ਬਾਬਾ ਜੀ ਬਾਬਾ ਬਿਧੀ ਚੰਦ ਜੀ ਦੀਆਂ। ਗੁਰੂ ਹਰਗੋਬਿੰਦ ਸਾਹਿਬ ਨੇ ਬੜੇ ਕੌਤਕ ਕਰਨੇ ਜੀ ਇਸ ਧਰਤੀ ਤੇ, ਬੜੀਆਂ ਬਖਸ਼ਿਸ਼ਾਂ ਕਰਨੀਆਂ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ। ਸੋ ਇਹਦੇ ਤੋਂ ਅੱਗੇ ਜਿਹੜਾ ਪ੍ਰਸੰਗ ਹੋਏਗਾ ਉਹ ਆਪਾਂ ਫਿਰ ਕੱਲ੍ਹ ਨੂੰ ਸਰਵਣ ਕਰਾਂਗੇ। ਦਾਸ ਦੀਆਂ ਭੁੱਲਾਂ ਚੁੱਕਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰਨੀ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।